ਵਾਹਿਗੁਰੂ ਜੀ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦਿ ਜਪ ਆਦਿ ਸਚ ਜੁਗਾਦਿ ਸਚ ਹੈ ਵੀ ਸਚ ਨਾਨਕ ਹੋਸੀ ਵੀ ਸਚ। ਤੁਮ ਦਾਤੇ ਠਾकुर प्रतिपालक नायक खसम हमारे निमख निमख तुम ही प्रतिपालो हम बारिक तुमरे तारे। जिहवा एक कवन गुण कहिए बेसुमार बेअंत स्वामी तेरो अंत न किन्हीं लहिए रहाओ। कोट अपराध हमारे खंड हो अनक विधि समझाओ। हम अज्ञान अल्प मत थोरी तुम आपन बिरद रखाओ। तुमरी शरण तुम्हारी आशा तुम ही सजन सुहेले। रखो रखनहार दयाला नानक करके गोले। तुमरी शरण तुम्हारी आशा तुम ही सजन सुहेले। रखो रखनहार दयाला नानक करके गोले। सज्जन सच्चा पातशाह सिर शाहां दै साहो। जिस पास बैठिया सोहिया सबना दा वेसाहो। वाहिगुरु जी गुरमुख मन जीता हऊँ मैं मार। गुरमुख साच रखिया और तारे। गुरमुख मान जीता हूँ मैं मार। गुरमुख साच रखिया और तार। गुरमुख जग जीता जम काल मार बिदार। गुरमुख दरगह न आवै हार। गुरमुख मेल मिलाए सो जाणै। नानक गुरमुख शब्द पछाणै। गुरमुख मेल मिलाए सो जाणै। नानक गुरमुख शब्द पछाणै। वाहिगुरु जी का खालसा वाहिगुरु जी की फतेह। गुरु गरीब नवाज अंतरजामी भगत वत्सल किरपा दे खजाने धन धन सतगुरु गुरु ग्रंथ ਸਾਹਿਬ महाराज ਦੀ ਸਾਜੀ ਨਵਾਜੀ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ। ਧੰਨ ਧੰਨ ਸਤਿਗੁਰੂ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਪਾਵਨ ਪਵਿੱਤਰ ਉਪਦੇਸ਼ ਸਿੱਧ ਗੋਸ਼ਟ ਬਾਣੀ ਦੇ ਵਿੱਚ ਸਤਿਗੁਰੂ ਮਹਾਰਾਜ ਬਖਸ਼ਿਸ਼ ਕਰ ਰਹੇ ਹਨ। 70 ਪੌੜੀਆਂ ਸ਼ਰਵਣ ਕੀਤੀਆਂ ਹਨ ਹੁਣ ਤੱਕ। 3 ਪੌੜੀਆਂ ਸਮਾਪਤੀ ਦੀਆਂ ਸਤਿਗੁਰੂ ਮਹਾਰਾਜ ਬਖਸ਼ਿਸ਼ ਕਰ ਰਹੇ ਹਨ। ਗੁਰਮੁਖਾਂ ਨੇ ਆਪਣੇ ਮਨ ਨੂੰ ਜਿੱਤਿਆ ਹੈ। ਹਿਰਦੇ ਅੰਦਰ ਸੱਚ ਨੂੰ ਧਾਰ ਕੇ ਹਉਮੈ ਨੂੰ ਮਾਰ ਕੇ ਜਗਤ ਨੂੰ ਜਿੱਤਿਆ ਹੈ। ਜਮਦੂਤਾਂ ਨੂੰ ਮਾਰ ਕੇ ਮੌਤ ਨੂੰ ਖਤਮ ਕਰਕੇ ਗੁਰਮੁਖ ਕਿਵੇਂ ਚੜ੍ਹਦੀ ਕਲਾ ਵਿੱਚ ਹੁੰਦੇ ਨੇ, ਗੁਰਮੁਖ ਕਿਵੇਂ ਬਣਨਾ ਚਾਹੀਦਾ ਹੈ, ਸਤਿਗੁਰੂ ਜੀ ਨੇ ਬਹੁਤ ਉਪਦੇਸ਼ ਕੀਤਾ ਹੈ। ਆਓ ਸ਼ਰਵਣ ਕਰਦੇ ਹਾਂ। ਅੱਗੇ ਸਤਿਗੁਰੂ ਮਹਾਰਾਜ ਬਖਸ਼ਿਸ਼ ਕਰਦੇ ਨੇ। ਗੁਰਮੁਖ ਮਾਨੋ ਜੀਤਾ ਹਉਮੈ ਮਾਰ। ਗੁਰਮੁਖਾਂ ਨੇ ਹਉਮੈ ਨੂੰ ਮਾਰ ਕੇ ਆਪਣਾ ਮਨ ਜਿੱਤ ਲਿਆ। ਕਿਉਂਕਿ ਹਉਮੈ ਮਾਰਨਾ ਸੰਸਾਰ ਦੇ ਅੰਦਰ ਹਉਮੈ ਨੂੰ ਉਭਾਰਨਾ ਜ਼ਿਆਦਾ ਸਿਖਾਇਆ ਜਾਂਦਾ ਹੈ। ਮਨੁੱਖ ਜਦੋਂ ਤੋਂ ਜਨਮ ਲੈਂਦਾ ਹੈ
ਸੰਸਾਰ ਦੇ ਅੰਦਰ ਹਉਮੈ ਨੂੰ ਆਪਣੇ ਅੰਦਰ ਉੱਪਰ ਉਠਾਉਣ ਦਾ ਯਤਨ ਕਰਦਾ। ਮਾਤਾ ਪਿਤਾ ਵੀ ਹਉਮੈ ਦੇ ਅੱਖਰ ਬੋਲਦੇ ਨੇ, ਭੈਣ ਭਰਾ ਵੀ, ਸੰਸਾਰ ਦੇ ਵਿੱਚ ਸਾਰੇ ਲੋਕ, ਮੈਂ ਉੱਥੇ ਗਿਆ ਸੀ, ਮੈਂ ਆਇਆ ਹਾਂ, ਮੈਂ ਇਹ ਕੀਤਾ, ਮੈਂ ਕਿਹੜਾ ਘੱਟ ਹਾਂ। ਸਤਿਗੁਰੂ ਜੀ ਨੇ ਜਿਵੇਂ ਵਾਕ ਫਰਮਾਇਆ ਹੈ, ਹਉ ਵਿੱਚ ਆਇਆ, ਹਉ ਵਿੱਚ ਗਿਆ, ਹਉ ਵਿੱਚ ਜੰਮਿਆ, ਹਉ ਵਿੱਚ ਮੁਆ। ਸਾਰੇ ਵਾਕ ਜਿਹੜੇ ਨੇ ਮਨੁੱਖ ਦੇ ਹਉਮੈ ਵਾਲੇ ਹੀ ਹੁੰਦੇ ਨੇ। ਹੁਣ ਨਿਮਰਤਾ ਨਾਲ ਮੂੰਹ ਵਿੱਚੋਂ ਮਿੱਠੀ ਬੋਲੀ ਜਿਹੜੀ ਬੋਲਣੀ ਹੈ, ਅੰਦਰੋਂ ਹਉਮੈ ਦਾ ਨਾਸ ਨਹੀਂ ਹੋਣਾ ਜਦੋਂ ਤੱਕ ਹੱਥੀਂ ਸੇਵਾ ਨਹੀਂ ਕਰਦੇ, ਜਦੋਂ ਤੱਕ ਸ਼ਬਦ ਦੇ ਵਿੱਚ ਲੀਨ ਨਹੀਂ ਹੁੰਦੇ। ਸੋ ਮਹਾਰਾਜ ਕਹਿੰਦੇ ਨੇ ਆਪਣੇ ਅੰਦਰੋਂ ਸ਼ਬਦ ਅਤੇ ਸੁਰਤ ਦਾ ਮਿਲਾਪ ਕਰਕੇ, ਹੱਥੀਂ ਸੇਵਾ ਕਰਕੇ, ਮਨ ਬਾਣੀ ਸਰੀਰ ਕਰਕੇ ਹਉਮੈ ਦਾ ਨਾਸ ਕਰਨਾ। ਗੁਰਮੁਖਾਂ ਨੇ ਸੱਚਮੁੱਚ ਹੀ ਅਮਲੀ ਜੀਵਨ ਨੂੰ ਜਿਉਂ ਕੇ ਹਉਮੈ ਨੂੰ ਮਾਰਿਆ। ਝਾੜੂ ਪਕੜ ਕੇ ਸੇਵਾ ਕਰਨੀ ਬਹੁਤ ਔਖੀ ਹੈ। ਪੰਗਤ ਵਿੱਚ ਬਹਿ ਕੇ ਪ੍ਰਸ਼ਾਦਾ ਛਕ ਲੈਣਾ ਸੌਖਾ ਹੈ। ਦੂਜਿਆਂ ਦੇ ਭਾਂਡੇ ਚੁੱਕ ਕੇ ਜੂਠੇ ਮਾਂਜਣੇ ਅਤੇ ਝਾੜੂ ਦੇਣਾ, ਜੋੜੇ ਝਾੜਨੇ ਬਹੁਤ ਔਖੇ ਨੇ। ਕੱਪੜੇ ਨਾ ਖਰਾਬ ਹੋ ਜਾਣ, ਕੱਫ ਨਾ ਖਰਾਬ ਹੋ ਜਾਣ। ਸੋ ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਕਿ ਹਉਮੈ ਦਾ ਅਭਾਵ ਗੁਰਮੁਖਾਂ ਨੇ ਕੀਤਾ ਆਪਣੇ ਅੰਦਰੋਂ। ਰਸਤਾ ਸੁਣ ਲੈਣਾ ਕਾਫੀ ਨਹੀਂ, ਰਸਤੇ ਉੱਤੇ ਚੱਲਣਾ ਵੱਡਾ ਹੈ। ਮਹਾਰਾਜ ਨੇ ਬਚਨ ਫਰਮਾਇਆ, ਸੱਚਹੁ ਉਰੈ ਸਭ ਕੋ ਉੱਪਰ ਸੱਚ ਆਚਾਰ। ਕਿਉਂਕਿ ਸੱਚ ਤੋਂ ਵੀ ਉੱਪਰ ਕਿਹੜਾ, ਸੱਚ ਦੇ ਉੱਪਰ ਚੱਲਣਾ। ਉਹ ਸਾਰਾ ਕੁਛ ਇਹ ਕਿਰਿਆ ਤਾਂ ਹੋ ਸਕਦੀ ਹੈ, ਮਨ ਨੂੰ ਜਿੱਤਣਾ ਤੇ ਹਉਮੈ ਨੂੰ ਮਾਰਨਾ ਕਿਸ ਢੰਗ ਨਾਲ ਹੁੰਦਾ। ਗੁਰਮੁਖ ਸਾਚ ਰੱਖਿਆ ਔਰ ਧਾਰੇ। ਗੁਰਮੁਖਾਂ ਨੇ ਆਪਣੇ ਹਿਰਦੇ ਦੇ ਅੰਦਰ ਧਾਰ ਕੇ, ਭਾਵ ਟਿਕਾ ਕੇ ਸੱਚੇ ਨਾਮ ਨੂੰ ਵਸਾਇਆ ਹੈ। ਜਦੋਂ ਤੱਕ ਸੱਚਾ ਨਾਮ ਅੰਦਰ ਨਹੀਂ ਪ੍ਰਵੇਸ਼ ਕਰਦਾ, ਉਦੋਂ ਤੱਕ ਮਨ ਉੱਤੇ ਕਾਬੂ ਨਹੀਂ ਪੈਂਦਾ। ਕਿਉਂਕਿ ਕਬੀਰ ਮੁਕਤ ਦੁਆਰਾ ਮੋਕਲਾ। ਸੋ ਜਿਸ ਤਰ੍ਹਾਂ ਫਰਮਾਇਆ ਦੁਬਾਰਾ, ਕਬੀਰ ਮੁਕਤ ਦੁਆਰਾ ਸੰਕੁੜਾ ਰਾਈ ਦਸਵੇਂ ਭਾਏ। ਮਨ ਤੋਂ ਮੈਗਲ ਹੋਏ ਰਹਾ, ਨਿਕਸਿਆ ਕਿਉਂ ਕਰ ਜਾਏ। ਗੁਰਮੁਖਾਂ ਨੇ ਆਪਣੇ ਅੰਦਰ ਨਾਮ ਨੂੰ ਵਸਾ ਕੇ, ਫਿਰ ਨਾਲ ਨਾਲ ਸੇਵਾ ਕਰਕੇ ਇਹ ਹੰਕਾਰੀ ਮਨ ਨੂੰ, ਜਿਹੜਾ ਹਾਥੀ ਵਰਗਾ ਹੈ, ਮਨ ਤੋਂ ਮੈਗਲ ਹੋਏ ਰਹਾ, ਹਾਥੀ ਨੂੰ ਨਿਮਰਤਾ ਵਿੱਚ ਲਿਆਂਦਾ ਹੈ, ਭਾਵ ਮਨ ਨੂੰ ਨੀਵੇਂ ਕਰ ਲਿਆ। ਕਬੀਰ ਹਰ ਹੈ ਖਾਂਡ ਰੇਤ ਮਹਿ ਬਿਖਰੀ। ਦੇਸੀ ਖੰਡ, ਬੂਰਾ ਖੰਡ, ਬਰੀਕ ਖੰਡ ਹੁੰਦੀ, ਪੀਸੀ ਹੋਈ ਖੰਡ, ਜਦੋਂ ਇਹ ਕਿਸੇ ਰੇਤੇ ਵਿੱਚ ਖਿਲਰ ਜਾਵੇ, ਬਿਖਰ ਜਾਵੇ, ਵਿੱਚੇ ਹੀ ਮਿਲ ਜਾਂਦੀ, ਲੱਭਦੀ ਨਹੀਂ। ਹਰ ਹੈ ਖਾਂਡ ਰੇਤ ਮਹਿ ਬਿਖਰੀ, ਹਸਤੀ ਚੁਣੀ ਨਾ ਜਾਏ। ਕਹੋ ਕਬੀਰ ਗੁਰ ਭਲੀ ਬੁਝਾਈ, ਚੀਂਟੀ ਹੋਏ ਕੈ ਖਾਏ। ਹੱਥਾਂ ਨਾਲ ਨਹੀਂ ਚੁਗੀ ਜਾਂਦੀ, ਹਾਥੀ ਵਰਗਾ ਮਨ ਹੋਵੇ ਤਾਂ ਨਹੀਂ ਚੁਗੀ ਜਾਂਦੀ। ਹਰੀ ਰੂਪ ਖੰਡ ਸੰਸਾਰ ਰੂਪੀ ਰੇਤੇ ਵਿੱਚ ਮਿਕਸ ਹੈ। ਇਹੋ ਵਿਸ ਸੰਸਾਰ ਤੁਮ ਦੇਖਦੇ, ਇਹੋ ਹਰ ਕਾ ਰੂਪ ਹੈ, ਹਰ ਰੂਪ ਨਦਰੀ ਆਇਆ। ਹੁਣ ਗੁਰਾਂ ਨੇ ਮੈਨੂੰ ਇੱਕ ਭਲਾ ਤਰੀਕਾ ਸਮਝਾ ਦਿੱਤਾ ਹੈ। ਕਹੋ ਕਬੀਰ ਗੁਰ ਭਲੀ ਬੁਝਾਈ, ਚੀਂਟੀ ਹੋਏ ਕੈ ਖਾਏ। ਕਹਿੰਦੇ ਕੀੜੀ ਬਣ ਕੇ ਖਾ। ਕੀੜੀ ਹੁੰਦੀ ਬਹੁਤ ਛੋਟੀ ਜਿਹੀ, ਨਿਮਰਤਾ ਵਾਲੀ ਬਿਰਤੀ ਬਣਾ ਕੇ। ਕਹਿੰਦੇ ਫੇਰ ਨੀਵਾਂ ਹੋ ਕੇ ਹਰੀ ਰੂਪ ਖੰਡ ਨੂੰ, ਜਗਤ ਰੂਪ ਰੇਤੇ ਵਿੱਚੋਂ ਲੱਭ ਸਕਦਾ। ਕਿਉਂਕਿ ਹਰ ਜੀ ਸੂਖਮ ਅਗਮ ਹੈ, ਕਿਤ ਬਿਧ ਮਿਲਿਆ ਜਾਏ। ਹਰੀ ਜੀ ਬਹੁਤ ਸੂਖਮ ਹਨ, ਮੋਟੀਆਂ ਬਿਰਤੀਆਂ ਉੱਥੇ ਤੱਕ ਜਾ ਨਹੀਂ ਸਕਦੀਆਂ। ਤਾਂ ਗੁਰਮੁਖਾਂ ਨੇ ਹਿਰਦੇ ਦੇ ਅੰਦਰ ਸੱਚੇ ਨਾਮ ਨੂੰ ਵਸਾ ਕੇ ਹਉਮੈ ਨਾਲ ਜੰਗ ਕੀਤਾ। ਹਉਮੈ ਦੇ ਵਿੱਚ ਪਹਿਲਾਂ ਸਿਖਾਉਂਦੇ ਨੇ ਸਤਿਗੁਰੂ ਕਿ ਹਉਂ ਵਾਲੇ ਅੱਖਰ ਬੋਲਣੇ ਬੰਦ ਕਰੋ। ਫਿਰ ਹਉਮੈ ਦੇ ਵਿੱਚ ਖੜਨਾ, ਹਉਮੈ 'ਚ ਬੈਠਣਾ, ਮਨ ਅੰਦਰ ਹਉਮੈ ਰੱਖਣੀ। ਇਹ ਸਾਰੇ ਪੱਖ ਤੋਂ ਹਉਮੈ ਨੂੰ ਇੱਕ ਪਾਸੇ ਰੱਖ ਦੇਣਾ ਅਤੇ ਨਾਮ ਨਾਲ ਜੁੜਨਾ। ਇਹ ਨਹੀਂ ਕਹਿ ਸਕਦੇ ਕਿ ਹਉਮੈ ਰੋਗ ਮੇਰੇ 'ਚ ਨਹੀਂ, ਕਿਉਂਕਿ ਸਤਿਗੁਰੂ ਨੇ ਫਰਮਾਨ ਕੀਤਾ, ਹਉਮੈ ਰੋਗ ਮਾਨੁਖੋ ਦੀਨਾ। ਅਤੇ ਹਉਮੈ ਨੂੰ ਜਦੋਂ ਅਸੀਂ ਨਿਵਰਤ ਕੀਤਾ ਤਾਂ ਸਤਿਗੁਰੂ ਮਹਾਰਾਜ ਫਰਮਾਉਂਦੇ ਨੇ, ਗੁਰਮੁਖ ਜਗ ਜੀਤਾ, ਜਮ ਕਾਲ ਮਾਰ ਬਿਦਾਰ। ਗੁਰਮੁਖਾਂ ਨੇ ਮੌਤ ਨੂੰ ਮਾਰ ਮੁਕਾਇਆ, ਮੌਤ ਨੂੰ ਮਾਰ ਮੁਕਾ ਕੇ ਜਗਤ ਨੂੰ ਜਿੱਤ ਲਿਆ।
ਚੰਗੀ ਤਰ੍ਹਾਂ ਮਾਰ ਮੁਕਾ ਕੇ ਜਗਤ ਨੂੰ ਜਿੱਤ ਲਿਆ, ਭਾਵ ਸਾਰੇ ਜੱਗ ਦੇ ਉੱਤੋਂ ਆਪਣੇ ਜਿਹੜਾ ਮਨੁੱਖਾ ਜਨਮ ਦੀ ਬਾਜੀ ਸੀ, ਇਹ ਬਾਜੀ ਵੀ ਜਿੱਤ ਲਈ। ਗੁਰਮੁਖਾਂ ਨੇ ਸਾਰੇ ਜੱਗ ਦੇ ਮਨ ਨੂੰ ਵੀ ਜਿੱਤ ਲਿਆ। ਮਨ ਜੀਤੈ ਜਗ ਜੀਤ, ਗੁਰਮੁਖ ਦਰਗਹਿ ਨਾ ਆਵੈ ਹਾਰ। ਜਿਹੜੇ ਗੁਰਮੁਖ ਨੇ ਉਹ ਹਾਰ ਕੇ ਨਹੀਂ ਜਾਂਦੇ ਫਿਰ ਰੱਬ ਦੀ ਦਰਗਾਹ ਵਿੱਚ। ਰੇ ਰੇ ਦਰਗਹਿ ਕਹਿ ਨਾ ਕਹੂ, ਆਓ ਬੈਠ ਆਦਰ ਸ਼ੁਭ ਦਿਓ। ਗੁਰਮੁਖਾਂ ਨੂੰ ਰੱਬ ਦੀ ਦਰਗਾਹ ਦੇ ਵਿੱਚ ਬਹੁਤ ਆਦਰ ਮਿਲਦਾ, ਸਤਿਕਾਰ ਮਿਲਦਾ। ਆਪਣੇ ਨਾਲੋਂ ਕੋਈ ਗੁਰਮੁਖ ਵੱਖਰੇ ਨਹੀਂ, ਆਪਣੇ ਵਿੱਚੋਂ ਹੀ ਗੁਰਮੁਖ ਨੇ ਜਿਨ੍ਹਾਂ ਨੇ ਅਮਲੀ ਜੀਵਨ ਨੂੰ ਜਿਉਇਆ, ਉਹ ਗੁਰਮੁਖ ਬਣ ਜਾਂਦੇ ਨੇ। ਆਪਾਂ ਵੀ ਬਣ ਸਕਦੇ ਹਾਂ, ਆਪਾਂ ਵੀ ਉਹਨਾਂ ਦੇ ਪਾਏ ਹੋਏ ਪੂਰਨਿਆਂ 'ਤੇ ਜੇ ਚੱਲੀਏ, ਜਿਵੇਂ ਸਤਿਗੁਰੂ ਨੇ ਸਾਨੂੰ ਸਮਝਾਇਆ ਹੈ ਕਿ ਇਸ ਤਰ੍ਹਾਂ ਚੱਲਣਾ ਹੈ ਆਪਾਂ ਨੇ। ਗੁਰੂ ਘਰ ਦੇ ਵਿੱਚ ਜਿਹੜੇ ਸੌਖੇ ਕੰਮ ਹੁੰਦੇ ਨੇ ਉਹ ਤਾਂ ਹਰ ਕੋਈ ਕਰ ਸਕਦਾ, ਸਾਫ ਸੁਥਰੇ ਜਿਹੇ ਕੰਮ। ਪਰ ਜਿਹੜੇ ਕੰਮ ਨਿਮਰਤਾ ਨਾਲ ਕਰਨ ਵਾਲੇ ਹੁੰਦੇ ਨੇ, ਉਹ ਗੁਰੂ ਸਾਹਿਬ ਜੀ ਨੇ ਬਾਬਾ ਲਹਿਣਾ ਜੀ ਦੇ ਰੂਪ ਵਿੱਚ ਗੁਰੂ ਅੰਗਦ ਦੇਵ ਮਹਾਰਾਜ ਨੇ ਕਰਕੇ ਦਿਖਾਏ, ਗੁਰੂ ਅਮਰਦਾਸ ਮਹਾਰਾਜ ਨੇ ਕਰਕੇ ਦਿਖਾਏ, ਗੁਰੂ ਰਾਮਦਾਸ ਮਹਾਰਾਜ ਨੇ ਵੱਡੇ ਵੱਡੇ ਟੋਕਰੇ ਮਿੱਟੀ ਦੇ ਚੁੱਕ ਕੇ ਬਾਉਲੀ ਸਾਹਿਬ ਤੋਂ ਬਾਹਰ ਲਿਆ ਕੇ ਸੇਵਾ ਕੀਤੀ। ਇਸ ਕਰਕੇ ਸਤਿਗੁਰੂ ਮਹਾਰਾਜ ਨੇ ਜਿਤਨਾ ਵੀ ਅਮਲੀ ਜੀਵਨ ਜਿਉਂ ਕੇ ਦਿਖਾਇਆ ਹੈ ਉਹ ਸਾਡੇ ਵਾਸਤੇ ਹੀ ਹੈ। ਮਹਾਰਾਜ ਮਿਹਰ ਕਰੇ ਸਾਨੂੰ ਸੇਵਾ ਦੀ ਜਾਚ ਆਵੇ। ਆਮ ਤੌਰ 'ਤੇ ਦੇਗ ਵਰਤਾਉਣ ਵਿੱਚ ਵੀ ਹਰੇਕ ਨੂੰ ਹੁੰਦੀ ਕਿ ਦੇਗ ਤਾਂ ਵਰਤਾਉਣ ਵਾਲੇ ਹੋਰ ਹੀ ਰੱਖੇ ਹੁੰਦੇ, ਸਾਡੇ ਸੇਵਾਦਾਰ ਵਰਤਾਉਣਗੇ। ਦੇਗ ਵਰਤਾਉਣਾ ਵੀ ਸੰਗਤ ਦੀ ਸੇਵਾ ਹੈ, ਲੰਗਰ ਵਰਤਾਉਣਾ ਵੀ ਸੰਗਤ ਦੀ ਸੇਵਾ ਹੈ। ਪਰ ਜਿਨ੍ਹਾਂ ਨੇ ਕੁਝ ਪ੍ਰਾਪਤ ਕਰਨਾ ਹੈ ਉਹੀ ਸੰਗਤ ਦੀ ਸੇਵਾ ਕਰਦੇ ਨੇ। ਗੁਰੂ ਸਾਹਿਬ ਨੇ ਰਸਤਾ ਹੀ ਇਹ ਦੱਸਿਆ, ਸੰਗਤ ਦੀ ਸੇਵਾ ਕਰਕੇ ਹੀ ਪ੍ਰਾਪਤੀ ਹੈ। ਗੁਰਮੁਖ ਮੇਲ ਮਿਲਾਏ ਸੋ ਜਾਣੈ। ਇੱਥੇ ਸੱਸੇ ਨੂੰ ਔਂਕੜ ਵੀ ਹੈ ਅਤੇ ਹੋੜਾ ਵੀ ਹੈ, ਵਿਚਲਾ ਜਿਹਾ ਮੇਲ ਬੋਲਣਾ। ਗੁਰਮੁਖ ਮੇਲ ਮਿਲਾਏ ਸੋ, ਇੰਨਾ ਵੀ ਨਹੀਂ ਕਹਿਣਾ ਨਾ ਹੋੜਾ ਲਾਉਣਾ, ਸੋ ਜਾਣੈ। ਵਿਚਲਾ ਮੇਲ ਕੀ ਗੁਰਮੁਖ ਮੇਲ ਮਿਲਾਏ ਸੋ ਜਾਣੈ। ਗੁਰਮੁਖ ਜਗਤ ਨੂੰ ਸਤਿਗੁਰੂ ਨਾਲ ਮੇਲ ਕੇ ਪਰਮੇਸ਼ਰ ਨਾਲ ਮਿਲਾਉਂਦਾ, ਕਿਉਂਕਿ ਇਹੀ ਸਾਰਿਆਂ ਨਾਲੋਂ ਵੱਡਾ ਅਸੂਲ ਹੈ। ਅਤੇ ਇਹ ਮੇਲ ਨੂੰ ਉਹ ਆਪ ਹੀ ਜਾਣਦਾ ਹੈ ਕਿ ਇਹ ਮੇਲ ਹੁੰਦਾ ਕਿਵੇਂ। ਅੰਤਰਾਤਮੇ ਮੇਲ ਹੁੰਦੇ ਨੇ। ਨਾਨਕ ਗੁਰਮੁਖ ਸ਼ਬਦ ਪਛਾਣੈ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਫਰਮਾਉਂਦੇ ਨੇ ਕਿ ਗੁਰਮੁਖ ਜਿਹੜੇ ਨੇ ਉਹ ਗੁਰੂ ਦੇ ਸ਼ਬਦ ਦੁਆਰਾ ਹੀ ਵਾਹਿਗੁਰੂ ਨੂੰ ਪਛਾਣ ਲੈਂਦੇ ਨੇ, ਕਿਉਂਕਿ ਸ਼ਬਦ ਹੀ ਵਾਸਤਵ ਦੇ ਵਿੱਚ ਪਰਮਾਤਮਾ ਹੈ। ਅਤੇ ਸ਼ਬਦ ਦਾ ਅਭਿਆਸ ਕਰਦਿਆਂ ਕਰਦਿਆਂ ਸ਼ਬਦ ਹੀ ਪ੍ਰਕਾਸ਼ਮਾਨ ਹੋ ਜਾਂਦਾ ਹੈ। ਸ਼ਬਦ ਵਿੱਚ ਇਹ ਤਾਕਤ ਹੈ। 72ਵੀਂ ਪੌੜੀ ਵਿੱਚ ਆਓ, ਸਤਿਗੁਰੂ ਮਹਾਰਾਜ ਬਖਸ਼ਿਸ਼ ਕਰਦੇ ਨੇ। ਸ਼ਬਦੈ ਕਾ ਨਬੇੜਾ ਸੁਣ ਤੂੰ ਔਧੂ, ਬਿਨ ਨਾਵੈ ਜੋਗ ਨਾ ਹੋਈ। ਸ਼ਬਦੈ ਕਾ ਭਾਵ ਸਾਰੇ ਸ਼ਬਦ ਦਾ, ਗੱਲਬਾਤ ਭਾਵ ਜਿਹੜੀ ਗੋਸ਼ਟੀ ਹੈ ਇਹਦਾ ਨਬੇੜਾ ਸੁਣੋ। ਨਿਰਣਾ ਇਹ ਹੈ ਕਿ ਪਰਮੇਸ਼ਰ ਦੇ ਨਾਮ ਤੋਂ ਬਿਨਾਂ ਜੋਗ ਤੋਂ ਭਾਵ ਹੈ ਵਾਹਿਗੁਰੂ ਦਾ ਮਿਲਾਪ ਨਹੀਂ ਹੋ ਸਕਦਾ। ਇਹ ਨਬੇੜੇ ਦੀ ਗੱਲ, ਸਿਰੇ ਦੀ ਗੱਲ ਇੱਕ ਦੱਸਦੇ ਹਾਂ। ਗੱਲਾਂ ਜਿੰਨੀਆਂ ਮਹਾਰਾਜ ਕਹਿੰਦੇ ਮਰਜ਼ੀ ਕਰੋ, ਜਿੰਨੀਆਂ ਮਰਜ਼ੀ ਪ੍ਰਸ਼ਨ ਕਰੋ, ਵਿਚਾਰਾਂ ਕਰੋ, ਪਰ ਨਾਮ ਜਪੇ ਤੋਂ ਬਿਨਾਂ ਇਹਨਾਂ ਗੱਲਾਂ ਨਾਲ ਲੱਖਾਂ ਵਰ੍ਹੇ ਤੱਕ ਵੀ ਕੁਛ ਨਹੀਂ ਮਿਲਣ ਵਾਲਾ, ਕਿਉਂਕਿ ਸਾਰੀ ਗੱਲ ਨਾਮ 'ਤੇ ਹੀ ਖੜ੍ਹੀ ਹੈ। ਨਾਮੇ ਰਾਤੇ ਅੰਦਿਨ ਮਾਤੇ, ਨਾਮੈ ਤੇ ਸੁਖ ਹੋਈ। ਜਿਹੜੇ ਨਾਮ ਵਿੱਚ ਰਤੇ ਹੋਏ ਨੇ ਨਾ, ਉਹ ਦਿਨ ਰਾਤ ਹਰ ਵੇਲੇ ਨਾਮ ਦੇ ਵਿੱਚ ਮਸਤ ਰਹਿੰਦੇ ਨੇ। ਵਾਸਤਵ ਦੇ ਵਿੱਚ ਜਿਹੜਾ ਅਸਲ ਆਤਮਿਕ ਸੁੱਖ ਹੈ ਉਹ ਨਾਮ ਤੋਂ ਹੀ ਪ੍ਰਾਪਤ ਹੁੰਦਾ ਇਨਸਾਨ ਨੂੰ। ਨਾਮ ਜਪਣ ਵਾਲੇ ਦੇ ਹੀ ਬਚਨ ਪੂਰੇ ਹੁੰਦੇ ਨੇ। ਨਾਮ ਜਪਣ ਵਾਲੇ ਦੀ ਜ਼ੁਬਾਨ ਵਿੱਚ ਸੱਤਾ ਆ ਜਾਂਦੀ ਹੈ। ਨਾਮ ਜਪਣ ਵਾਲੇ ਵਿੱਚ ਹਰ ਪ੍ਰਕਾਰ ਦੀਆਂ ਤਾਕਤਾਂ ਕੰਮ ਕਰਨ ਲੱਗ ਜਾਂਦੀਆਂ ਨੇ। ਗੱਲਾਂ ਨਾਲ ਕੁਛ ਵੀ ਨਹੀਂ ਹੁੰਦਾ। ਗੱਲਾਂ ਤਾਂ ਬਹੁਤ ਜ਼ਿਆਦਾ ਜਿਹੜੀਆਂ ਨੇ ਉਹ ਗੱਲਾਂ ਹੀ ਸਾਨੂੰ ਖਰਾਬ ਕਰਦੀਆਂ। ਗੱਲੀ ਹਾਂ ਸੁਹਾਗਣ ਭੈਣੇ, ਕੰਤ ਨਾ ਕਬਹੂ ਮੈਂ ਮਿਲਿਆ। ਸਤਿਗੁਰੂ ਮਹਾਰਾਜ ਕਹਿੰਦੇ ਆਤਮਿਕ ਆਨੰਦ ਜਿਹੜਾ ਹੈ ਇਹ ਸਿਰਫ ਨਾਮ ਦੇ ਵਿੱਚ ਹੈ। ਜੇ ਬੰਦਾ ਬਾਹਲਾ ਨਹੀਂ ਤੇ 10-15 ਮਿੰਟ 20 ਮਿੰਟ ਵਾਹਿਗੁਰੂ ਮੰਤਰ ਦਾ ਅਭਿਆਸ ਕਰਕੇ ਦੇਖੇ, ਗੁਰਬਾਣੀ ਦਾ ਪਾਠ ਕਰਨਾ, ਅਭਿਆਸ ਕਰਨਾ, ਮੂਲ ਮੰਤਰ ਦਾ ਅਭਿਆਸ ਕਰਨਾ, ਕੁਛ ਫਿਰ ਕਿਰਪਾ ਹੋਣੀ ਸ਼ੁਰੂ ਹੁੰਦੀ ਜੀਵ ਦੇ ਉੱਤੇ। ਸੋ ਇਸ ਕਰਕੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਬਖਸ਼ਿਸ਼ ਕਰਕੇ ਫਰਮਾਉਂਦੇ ਨੇ ਕਿ ਨਾਮੇ ਰਾਤੇ ਅੰਦਿਨ ਮਾਤੇ। ਜਿਹੜੇ ਨਾਮ ਰੰਗ ਵਿੱਚ ਰਤੇ ਹੋਏ ਨੇ ਉਹ ਰਾਤ ਦਿਨ ਇੱਕ ਰਸ ਮਸਤ ਰਹਿੰਦੇ ਨੇ।
ਨਾਮੈ ਹੀ ਤੇ ਸਭ ਪ੍ਰਗਟ ਹੋਵੈ, ਨਾਮੇ ਸੋਝੀ ਪਾਈ। ਹੁਣ ਨਾਮ ਤੋਂ ਹੀ ਸਾਰਾ ਕੁਝ ਸੂਖਮ ਅਸਥੂਲ ਜਿੰਨਾ ਹੈ ਨਾ ਸਾਰਾ ਪ੍ਰਗਟ ਹੁੰਦਾ ਹੈ, ਇਹ ਪਸਾਰਾ। ਜਿਵੇਂ ਮਹਾਰਾਜ ਨੇ ਬਚਨ ਕੀਤਾ ਕਿ ਹੁਕਮੀ ਹੋਵਨ ਆਕਾਰ, ਹੁਕਮ ਨਾ ਕਹਿਆ ਜਾਈ, ਹੁਕਮੀ ਹੋਵਨ ਜੀ, ਹੁਕਮ ਮਿਲੈ ਵਡਿਆਈ। ਜਿੰਨੀ ਵੀ ਇਹ ਸ੍ਰਿਸ਼ਟੀ ਦੇਖਦੇ ਆ ਸਾਰੀ ਓੰਕਾਰ ਕਹਿੰਦਿਆਂ ਹੀ ਪ੍ਰਗਟ ਹੋਈ ਹੈ। ਨਾਮ ਤੋਂ ਹੀ ਪੰਜੇ ਤੱਤ ਬਣੇ, ਨਾਮ ਤੋਂ ਹੀ ਮਾਇਆ ਬਣੀ, ਨਾਮ ਤੋਂ ਹੀ ਤਿੰਨ ਗੁਣ ਬਣੇ ਨੇ, ਨਾਮ ਤੋਂ ਹੀ ਸਭ ਕੁਛ ਨਾਮ ਨੇ ਬਣਾਇਆ। ਨਾਮ ਕਿਉਂਕਿ ਹਰ ਇੱਕ ਚੀਜ਼ ਦਾ ਹੀ ਮੂਲ ਹੈ। ਦੁਨੀਆ ਦੇ ਅੰਦਰ 14 ਵਿਦਿਆ ਮੰਨੀਆਂ ਨੇ, 14 ਵਿਦਿਆ ਦਾ ਮੂਲ ਵੀ ਨਾਮ ਹੀ ਹੈ। ਕਈ ਕਹਿੰਦੇ ਨਾਮ ਪੜ੍ਹ ਕੇ ਪਾਠ ਕਰਕੇ ਕਿਹੜਾ ਪੜ੍ਹਾਈ ਆ ਜਾਣੀ, ਪੜ੍ਹਾਈ ਦਾ ਮੂਲ ਹੈ, ਰੋਟੀ ਦਾ ਮੂਲ ਹੈ, ਸ੍ਰਿਸ਼ਟੀ ਦਾ ਦਵਾਈਆਂ ਦਾ ਮੂਲ ਹੈ, ਧਰਤੀ ਦਾ ਪਾਣੀ ਦਾ ਮੂਲ ਹੈ, ਤਾਰਿਆਂ ਚੰਦਰਮਾ ਦਾ ਮੂਲ ਹੈ। ਕਿਉਂਕਿ ਨਾਮ ਕੇ ਧਾਰੇ ਸਗਲੇ ਜੰਤ, ਨਾਮ ਕੇ ਧਾਰੇ ਖੰਡ ਬ੍ਰਹਿਮੰਡ, ਨਾਮ ਕੇ ਧਾਰੇ ਆਗਾਸ ਪਾਤਾਲ। ਸਾਰੀਆਂ ਚੀਜ਼ਾਂ ਨਾਮ ਦੇ ਹੀ ਆਸਰੇ। ਮਹਾਰਾਜ ਕਹਿੰਦੇ ਹਰ ਇੱਕ ਚੀਜ਼ ਨਾਮ ਨੇ ਬਣਾਈ ਹੈ। ਸੂਖਮ ਹੈ ਚਾਹੇ ਅਸਥੂਲ ਹੈ, ਚਾਹੇ ਉਹ ਕਿਰਮ ਹੈ ਚਾਹੇ ਹਾਥੀ ਹੈ, ਚਾਹੇ ਉਹ ਗੁਪਤ ਹੈ ਚਾਹੇ ਉਹ ਪ੍ਰਗਟ ਹੈ। ਨਾਮੈ ਹੀ ਤੇ ਸਭ ਪ੍ਰਗਟ ਹੋਵੇ। ਨਾਮ ਜਪਣ ਨਾਲ ਸਭ ਕੁਝ ਪ੍ਰਗਟ ਹੋ ਜਾਂਦਾ ਔਰ ਪ੍ਰਗਟ ਰੂਪ ਵਿੱਚ ਦਿਖਣ ਵੀ ਲੱਗ ਜਾਂਦਾ। ਜਿਵੇਂ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਨੇ ਬਹੁਤ ਜਪਜੀ ਸਾਹਿਬ ਦੇ ਪਾਠ ਕੀਤੇ ਅਤੇ ਜਦੋਂ ਕਹਿੰਦੇ ਮੈਂ ਸੁਣਿਆ ਮਨ ਦੇ ਅੰਦਰ ਇਹ ਬਾਣੀ ਨੂੰ ਅੰਦਰ ਵਸਾਇਆ ਵੀ ਇਹ ਜੋ ਲਿਖਿਆ ਹੋਇਆ ਕੇਤੇ ਕਾਨ ਮਹੇਸ਼, ਕੇਤੇ ਬਰਮੇ ਘਾੜਤ ਘੜੀ ਹੈ, ਰੂਪ ਰੰਗ ਕੇ ਵੇਸ, ਕੀ ਇਹ ਹੁੰਦੇ ਵੀ ਆ। ਕਹਿੰਦੇ ਉਸੇ ਵਕਤ ਅਸਮਾਨ ਦੇ ਵਿੱਚ ਮੈਨੂੰ ਸਾਰਾ ਕੁਛ ਮਹਾਰਾਜ ਨੇ ਦਿਖਾ ਦਿੱਤਾ। ਜਪਜੀ ਸਾਹਿਬ ਦੇ ਪਾਠ ਕਰਨ ਨਾਲ ਸਭ ਕੁਝ ਦਿਖ ਗਿਆ ਉਹਨਾਂ ਨੂੰ। ਉਹਨਾਂ ਦਾ ਜੀਵਨ ਜਿਨ੍ਹਾਂ ਨੇ ਪੜ੍ਹਿਆ ਉਹਨਾਂ ਨੂੰ ਪਤਾ ਹੈ। ਤਾਂ ਇਸ ਕਰਕੇ ਉਹ ਗਿਆਨ ਕਿਰਨਾ ਜੀਵਨ ਉਹਨਾਂ ਦਾ ਜੋ ਛਪਿਆ ਬਹੁਤ ਯਥਾਰਥ ਡੂੰਘੇ ਬਚਨ ਨੇ। ਇੱਕ ਤਾਂ ਹੁੰਦੇ ਨੇ ਸਧਾਰਨ ਬਚਨ ਕਿ ਉੱਥੇ ਫਲਾਣੇ ਮਹਾਂਪੁਰਖਾਂ ਨੇ ਉਹਨੂੰ ਲੜਕਾ ਦੇ ਦਿੱਤਾ, ਫਲਾਣੇ ਨੇ ਉਹਦਾ ਆਹ ਕਰ ਦਿੱਤਾ। ਇੱਥੇ ਸਿਰਫ ਗਿਆਨ ਕਿਰਨਾ, ਗਿਆਨ ਹੀ ਗਿਆਨ ਹੈ ਜਿੱਥੇ। ਤਾਂ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਨਾਮੇ ਸੋਝੀ ਪਾਈ। ਨਾਮ ਤੋਂ ਹੀ ਸਾਰੀ ਸੋਝੀ ਆਪਣੇ ਆਪ ਹੀ ਆ ਜਾਂਦੀ। ਮੰਨੈ ਸੁਰਤ ਹੋਵੈ, ਮਾਨੈ ਬੁੱਧ ਹੈ। ਮਾਨੈ ਦੇ ਨੰਨੇ ਨੂੰ ਸਿਹਾਰੀ ਕਹਿੰਦੀ ਮਨ ਦੇ ਵਿੱਚ, ਧੱਦੇ ਸਿਹਾਰੀ ਕਹਿੰਦੀ ਬੁੱਧੀ ਵਿੱਚ। ਸੁਰਤ ਹੁੰਦੀ ਗਿਆਤ, ਸੋਝੀ ਪੈਦਾ ਹੋ ਜਾਂਦੀ ਹੈ। ਮੰਨੈ ਸੁਰਤ ਹੋਵੈ, ਮਾਨੈ ਬੁੱਧ ਹੈ। ਮਨ ਅਤੇ ਬੁੱਧ ਦੇ ਵਿੱਚ ਸੋਝੀ ਪੈਦਾ ਹੋ ਜਾਂਦੀ ਹੈ। ਸੋਝੀ ਬਹੁਤ ਸੋਝੀ ਵੱਡੀ ਇੱਕ ਗੁਰੂ ਘਰ ਦਾ ਅੱਖਰ ਹੈ। ਸੋਝੀ ਹੋਣੀ ਬੰਦੇ ਨੂੰ, ਜਿਵੇਂ ਗੁਰਸਿੱਖਾਂ ਨੂੰ ਸੋਝੀ ਹੁੰਦੀ ਹੈ। ਆਮ ਤੌਰ 'ਤੇ ਕਈਆਂ ਨੂੰ ਸੋਝੀ ਨਹੀਂ, ਖੜੇ ਗੁਰੂ ਘਰ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਵੱਲ ਆਪਣੀ ਪਿੱਠ ਕਰਕੇ ਖੜ੍ਹ ਜਾਂਦੇ ਨੇ, ਗੱਲਾਂ ਕਰਦੇ ਰਹਿੰਦੇ ਨੇ। ਪਰ ਗੁਰਸਿੱਖ ਨਹੀਂ ਕਦੇ ਕਰਦਾ। ਉਹਨੂੰ ਸੋਝੀ ਹੁੰਦੀ ਕਿ ਉਹ ਮੇਰੇ ਸਤਿਗੁਰੂ ਨੇ। ਹਰ ਗੱਲ ਦੀ ਸੋਝੀ ਹੈ। ਕਈ ਪੈਰ ਜੇ ਨਸਾਲ ਕੇ ਸੰਗਤ 'ਚ ਮਹਾਰਾਜ ਵੱਲ ਨੂੰ ਪੈਰ ਕਰਕੇ ਬਹਿ ਜਾਣਗੇ। ਸੋਝੀ ਹੁੰਦੀ ਹੈ ਜਿਨ੍ਹਾਂ ਨੂੰ ਉਹ ਕਹਿੰਦੇ ਮੇਰੇ ਸਤਿਗੁਰੂ ਨੇ, ਮੈਂ ਉੱਧਰ ਨੂੰ ਪੈਰ ਨਹੀਂ ਕਰਨੇ। ਹੋਰ ਵੀ ਬੜੀਆਂ ਗੱਲਾਂ ਨੇ ਜਿਹੜੀਆਂ ਸੋਝੀ ਵਾਲੀਆਂ, ਖੁਦ ਹੀ ਸਿਆਣੇ ਆ, ਸਾਰੇ ਪਤਾ ਹੀ ਹੈ। ਬਿਨ ਨਾਵੈ ਭੇਖ ਕਰਹਿ ਬਹੁ ਤੇਰੇ, ਸੱਚੈ ਆਪ ਖੁਆਈ। ਨਾਮ ਤੋਂ ਬਿਨਾਂ ਹੁਣ ਸਾਰੇ ਲੋਕ ਜਿਹੜੇ ਨਾ ਨਾਮ ਨੂੰ ਛੱਡ ਕੇ ਬਥੇਰੇ ਲੋਕ ਅਨੇਕਾਂ ਤਰ੍ਹਾਂ ਦੇ ਭੇਖ ਕਰਦੇ ਨੇ, ਦਿਖਾਵਾ ਕਰਦੇ ਨੇ। ਭੇਖ ਦਿਖਾਏ ਜਗਤ ਕੋ ਲੋਗਨ ਕੋ, ਵਸ ਕੀਨ ਅੰਤ ਕਾਲ ਕਾਤੀ ਕਟੈ, ਬਾਸ ਨਰਕ ਮੋਲੀਨ। ਪਰ ਉਹਨਾਂ ਦਾ ਕੁਝ ਬਣਦਾ ਨਹੀਂ, ਸਵਰਦਾ ਨਹੀਂ, ਕਿਉਂਕਿ ਉਹ ਭੇਖ ਹੀ ਕਰਦੇ ਨੇ। ਉਹ ਸੱਚੇ ਪ੍ਰਮਾਤਮਾ ਨੇ ਹੁਣ ਉਹਨਾਂ ਨੂੰ ਆਪ ਹੀ ਕਹਿੰਦੇ ਇਸ ਕੁਰਾਹੇ ਪਾਇਆ ਹੋਇਆ, ਖੁਆਰ ਕੀਤਾ ਹੋਇਆ। ਕਿਉਂਕਿ ਉਹ ਲੋਕ ਜਿਹੜੇ ਨੇ ਸਿਰਫ ਭੇਖ ਕਰਕੇ ਸੰਸਾਰ ਨੂੰ ਲੁੱਟ ਕੇ ਖਾਣਾ ਚਾਹੁੰਦੇ ਨੇ। ਭੇਖ ਦੇ ਨਾਲ ਜੀਵ ਨੂੰ ਕੁਛ ਨਹੀਂ ਮਿਲਦਾ। ਭੇਖੀ ਪ੍ਰਭੂ ਨਾ ਲੱਭਈ ਵਿਣ ਸੱਚੀ ਸਿੱਖੰ। ਗੁਰਬਾਣੀ ਅੰਦਰ ਬਹੁਤ ਬਚਨ ਆਏ ਨੇ ਕਿ ਭੇਖ ਦੇ ਨਾਲ ਕਿੰਨੇ ਨੁਕਸਾਨ ਨੇ। ਕਰਮ ਧਰਮ ਪਾਖੰਡ ਜੋ ਦੀਸੈ, ਤਿਨ ਜਮ ਜਾਗਾਤੀ ਲੂਟੈ। ਨਿਰਵਾਣ ਕੀਰਤਨ ਗਾਹੋ ਕਰਤੇ ਕਾ, ਨਿਮਕ ਸਿਮਰਤ ਜਿਤ ਛੂਟੈ। ਸਤਿਗੁਰੂ ਮਹਾਰਾਜ ਫਰਮਾਉਂਦੇ ਨੇ ਸਤਿਗੁਰ ਤੇ ਨਾਮ ਪਾਈਐ ਔਧੂ, ਜੋਗ ਜੁਗਤ ਤਾਂ ਹੋਈ। ਦੱਸਿਆ ਸੀ ਕਿ ਸ਼ਬਦੈ ਕਾ ਨਿਬੇੜਾ ਸੁਣ ਤੂੰ ਔਧੂ, ਬਿਨ ਨਾਵੈ ਜੋਗ ਨਾ ਹੋਈ। ਨਾਮ ਕਿੱਥੋਂ ਮਿਲੇਗਾ? ਕਹਿ ਰਹੇ ਜੋਗੀ ਸਤਿਗੁਰੂ ਤੋਂ ਹੀ ਨਾਮ ਪਾਈਦਾ।
ਅਤੇ ਜੋਗ ਦੀ ਜਿਹੜੀ ਜੁਗਤੀ ਵੀ ਤਾਂ ਹੀ ਪੂਰਨ ਹੁੰਦੀ ਆ ਨਾ ਕਿ ਸਤਿਗੁਰ ਤੇ ਨਾਮ ਪਾਈਐ ਅਵਧੂ ਜੋਗ ਜੁਗਤ ਤਾਂ ਹੋਈ। ਜੁੜਨ ਦੀ ਜੁਗਤੀ ਜਿਹੜੀ ਆ ਜੋਗ ਦੀ ਜੁਗਤੀ ਹੈ ਉਹ ਸਤਿਗੁਰੂ ਦੀ ਕਿਰਪਾ ਨਾਲ ਪ੍ਰਾਪਤ ਹੁੰਦੀ। ਜੇ ਜੀਵ ਨੂੰ ਨਾਮ ਦੀ ਪ੍ਰਾਪਤੀ ਸਤਿਗੁਰੂ ਤੋਂ ਹੋ ਜਾਵੇ, ਨਾਮ ਦੀ ਪ੍ਰਾਪਤੀ ਪੰਜਾਂ ਪਿਆਰਿਆਂ ਤੋਂ ਅੰਮ੍ਰਿਤ ਛਕ ਕੇ ਫਿਰ ਉਸ ਤੋਂ ਬਾਅਦ ਪੰਜ ਬਾਣੀਆਂ ਰਹਿ ਰਾਸ ਕੀਰਤਨ ਸੋਹਿਲਾ ਅਭਿਆਸ ਕਰਦਿਆਂ ਫਿਰ ਸਿਮਰਨ ਮੂਲ ਮੰਤਰ ਸੁਖਮਨੀ ਸਾਹਿਬ ਆਸਾ ਦੀ ਵਾਰ ਜਿੰਨੀ ਗੁਰਬਾਣੀ ਹੋਵੇ ਪੜ੍ਹਦਿਆਂ ਨਾਲ ਸੇਵਾ ਹੱਥੀਂ ਕਰਦਿਆਂ ਦਸਵੰਧ ਕੱਢਦਿਆਂ ਕਾਲ ਖਾਏ ਕਿਛ ਹੱਥੋਂ ਦੇ ਨਾਨਕ ਰਾਹ ਪਛਾਣਿਆ ਸੀ। ਚੱਲ ਕੇ ਦੇਖਣਾ ਚਾਹੀਦਾ, ਜੇ ਨਾ ਕੁਛ ਬਣਿਆ ਫਿਰ ਛੱਡ ਦਿਓ। ਪਰ ਕਿਉਂਕਿ ਮੈਂ ਇੰਨੇ ਦਾਅਵੇ ਨਾਲ ਤਾਂ ਕਹਿਣਾ ਕਿਉਂਕਿ ਇਹ ਬਾਣੀ ਜਾਣਾ ਹੈ। ਜਦੋਂ ਸਤਿਗੁਰੂ ਜੀ ਦੇ ਦੱਸੇ ਹੋਏ ਮਾਰਗ ਉੱਤੇ ਆਪਾਂ ਚੱਲ ਪਏ ਤਾਂ ਸਤਿਗੁਰੂ ਨੇ ਸਾਨੂੰ ਸਫਲਤਾ ਦੇਣੀ ਹੀ ਦੇਣੀ ਹੈ। ਕੁਰਹਿਤ ਨਾ ਹੋਵੇ, ਸ਼ਰਤ ਇਹ ਹੁੰਦੀ ਹੈ। ਜੇ ਕੁਰਹਿਤੀਆ ਹੈ, ਦਸਵੰਧ ਨਹੀਂ ਕੱਢਦਾ ਹੈ, ਨਿਤਨੇਮੀ ਪ੍ਰੇਮੀ ਨਹੀਂ ਹੈ, ਜੇ ਸੇਵਾ ਨਹੀਂ ਕਰਦਾ ਹੈ, ਤਾਂ ਸਤਿਗੁਰੂ ਕਹਿੰਦੇ ਮੇਰੀ ਜ਼ਿੰਮੇਵਾਰੀ ਨਹੀਂ ਹੈ ਕੋਈ। ਸਾਰੀ ਮਰਿਆਦਾ ਨੂੰ ਕਮਾਉਂਦਿਆਂ ਹੋਇਆਂ ਫੇਰ ਜੋਗ ਦੀ ਜੁਗਤੀ ਭਾਵ ਜੁੜਨ ਦੀ ਜੁਗਤੀ ਜੀਵ ਨੂੰ ਪ੍ਰਾਪਤ ਹੋ ਜਾਂਦੀ ਹੈ। ਘਰ ਵਿਚਾਰ ਮਨ ਦੇਖੋ ਨਾਨਕ ਬਿਨ ਨਾਵੈ ਮੁਕਤ ਨਾ ਹੋਈ। ਹੁਣ ਸਤਿਗੁਰੂ ਨਾਨਕ ਦੇਵ ਜੀ ਮਹਾਰਾਜ ਫਰਮਾਉਂਦੇ ਨੇ ਕਿ ਤੁਸੀਂ ਸਾਰੇ ਜੋਗੀ ਇੰਨੀ ਵਿਚਾਰ ਕਰਨ ਤੋਂ ਬਾਅਦ ਜਾਂ ਅਥਵਾ ਤੁਸੀਂ ਸਾਰੀਆਂ ਸੰਗਤਾਂ ਨੇ ਇਹ ਇੰਨੀਆਂ ਪੌੜੀਆਂ ਸਿੱਧ ਗੋਸ਼ਟ ਦੀ ਇੰਨੀ ਲੰਬੀ ਕਥਾ ਸੁਣੀ ਹੈ ਇੰਨੇ ਦਿਨ, ਮਨ 'ਚ ਵਿਚਾਰ ਕਰਕੇ ਦੇਖ ਲਓ, ਆਪਣੇ ਮਨਾਂ 'ਚ ਝਾਤੀ ਮਾਰ ਕੇ ਦੇਖ ਲਓ ਕਿ ਨਾਮ ਤੋਂ ਬਿਨਾਂ ਮਾਇਆ ਅਤੇ ਹਉਮੈ ਇਹ ਜਿਤਨੀਆਂ ਵੀ ਇਹ ਸਾਰੀਆਂ ਹਨ ਸ਼ਕਤੀਆਂ ਜਿਹੜੀਆਂ ਵਿਰੋਧੀ ਸ਼ੈਤਾਨੀ ਸ਼ਕਤੀਆਂ ਕਾਮ ਕ੍ਰੋਧ ਲੋਭ ਮੋਹ ਹੰਕਾਰ ਨਿੰਦਾ ਚੁਗਲੀ ਬਦੀ ਵਕੀਲੀ ਆਸਾ ਤ੍ਰਿਸ਼ਨਾ, ਇਹ ਸਾਰੀਆਂ ਤੋਂ ਮੁਕਤੀ ਨਹੀਂ ਹੋ ਸਕਦੀ ਕਿਉਂਕਿ ਨਾਮ ਤੋਂ ਬਿਨਾਂ ਇਹ ਕਿਸੇ ਤੋਂ ਡਰਦੇ ਹੀ ਨਹੀਂ। ਨਾਮ ਤੋਂ ਬਿਨਾਂ ਹੋਰ ਕੋਈ ਸਾਧਨ ਹੀ ਨਹੀਂ ਜਿਹੜਾ ਸਾਨੂੰ ਇੱਥੇ ਸਾਰਾ ਕੁਝ ਦੇ ਸਕੇ। ਕਿਉਂਕਿ ਸਤਿਗੁਰੂ ਨੇ ਪਹਿਲਾਂ ਦੱਸ ਦਿੱਤਾ, ਸਿੱਧਾਂ ਨੇ ਕਿਹਾ ਸੀ ਜਿੱਥੇ, ਕਿਉਂਕਿ ਇਹ ਰਹਾਉ ਦੀਆਂ ਪੰਕਤੀਆਂ ਜਦੋਂ ਸ਼ੁਰੂ 'ਚ ਆਈਆਂ ਸੀ, ਕਿਆ ਭਵੀਐ ਸਾਚੇ ਸੂਚਾ ਹੋਏ ਸਾਚ ਸ਼ਬਦ ਬਿਨ ਮੁਕਤ ਨਾ ਕੋਏ। ਇਹਦੇ ਵਿੱਚ ਹੀ ਸਾਰਾ ਸ਼ਬਦ ਦਾ ਸਾਰ ਅੰਸ਼ ਹੈ। ਸ਼ਬਦ ਦਾ ਮੁੱਖ ਭਾਵ ਇਹੀ ਹੈ ਕਿ ਉਸੇ ਭਾਵ ਨੂੰ ਇੱਥੇ ਅਖੀਰ 'ਤੇ ਜਾ ਕੇ ਫੇਰ ਸਮਝਾਇਆ ਕਿ ਸ਼ਬਦੈ ਕਾ ਨਬੇੜਾ ਸੁਣ ਤੂੰ ਅਵਧੂ, ਅਤੇ ਅੰਤਲੀ ਪੰਕਤੀ ਵਿੱਚ ਦੱਸਿਆ ਨਾ ਕਰ ਵਿਚਾਰ ਮਨ ਦੇਖੋ ਨਾਨਕ ਬਿਨ ਨਾਵੈ ਮੁਕਤ ਨਾ ਹੋਈ। ਸਿੱਧਾਂ ਨਾਲ ਚਰਚਾ ਦੀ ਇਹ ਆਖਰੀ ਪੌੜੀ ਹੈ ਜਿਹਦੇ 'ਚ ਅੰਤਮ ਨਿਰਣੈ ਦੀ ਗੱਲ ਕੀਤੀ ਗਈ ਹੈ। ਕਿਉਂਕਿ ਜਿਹੜੇ ਜੀਵ ਹਮੇਸ਼ਾ ਹੀ ਬਸ ਆਪਣੀ ਮਸਤੀ 'ਚ ਹੀ ਰਹਿੰਦੇ ਨੇ ਉਹ ਸੁਖੀ ਹਨ, ਕਿਉਂਕਿ ਨਾਮ ਹੀ ਸਾਰਿਆਂ ਵਿੱਚ ਸ਼੍ਰੋਮਣੀ ਹੈ। ਭਾਵ ਨਾਮ ਦੀ ਮਸਤੀ ਕਹੀ ਹੈ। ਜਿਨ੍ਹਾਂ ਦੀ ਬਿਰਤੀ ਜ਼ਿਆਦਾ ਨਹੀਂ ਖਿੰਡਦੀ, ਸਿਰਫ ਇੱਕ ਨਾਮ ਵਿੱਚ ਚਿੱਤ ਜੁੜਿਆ ਹੈ। ਕਿਉਂਕਿ ਸਤਿਗੁਰੂ ਨੇ ਬਚਨ ਕੀਤਾ ਹੈ ਨਾ ਕਿ ਨਾਮ ਸਰੋਮਣ ਸਰਬ ਮੈਂ ਭਗਤ ਰਹੇ ਲਿਵ ਧਾਰ। ਭੱਟਾਂ ਦੇ ਰਾਹੀਂ ਸਾਨੂੰ ਇਹ ਸਮਝਾਇਆ, ਬੋਲਦੇ ਆਪ ਹੀ ਨੇ ਭੱਟਾਂ ਨੂੰ ਵਡਿਆਈ ਦੇਣੀ ਸੀ। ਹੁਣ ਨਾਮ ਤੋਂ ਬਿਨਾਂ ਭਾਵੇਂ ਜੋਗ ਹੈ ਭਾਵੇਂ ਹੋਰ ਕੋਈ ਭੇਖ ਹਨ, ਸਾਰੇ ਖੁਆਰੀ ਹੈ ਲੋਕਾਂ ਨੂੰ ਅਤੇ ਆਪਣੇ ਆਪ ਨੂੰ ਧੋਖਾ ਦੇਣ ਵਾਲੇ ਹੀ ਨੇ ਸਾਰੇ। ਹੁਣ ਇਸ ਪੌੜੀ ਵਿੱਚ ਸਤਿਗੁਰ ਤੇ ਨਾਮ ਪਾਈਐ ਅਵਧੂ ਜੋਗ ਜੁਗਤ ਤਾਂ ਹੋਈ, ਇਹਦੇ ਤੋਂ ਸਿੱਧ ਗੋਸ਼ਟ ਦਾ ਸਿਧਾਂਤਕ ਸਾਰਾ ਹੀ ਸਿੱਟਾ ਕੱਢਤਾ ਮਾਰਨ ਹੈ ਕਿ ਨਾਮ ਦਾ ਦਾਤਾ ਸਤਿਗੁਰੂ ਹੈ ਅਤੇ ਨਾਮ ਦੀ ਘਾਲ ਕਮਾਈ ਤੋਂ ਬਿਨਾਂ ਕਿਸੇ ਵੀ ਜੀਵ ਨੂੰ ਮੁਕਤੀ ਪ੍ਰਾਪਤ ਨਹੀਂ ਹੋ ਸਕਦੀ। ਆਓ 73ਵੀਂ ਪੌੜੀ ਹੁਣ ਬਖਸ਼ਿਸ਼ ਕਰਦੇ ਅਖੀਰਲੀ ਪੌੜੀ ਹੈ। ਤੇਰੀ ਗਤ ਮਿਤ ਤੂੰ ਹੈ ਜਾਣ ਹੈ ਕਿਆ ਕੋ ਆਖ ਵਖਾਣ ਹੈ। ਹੇ ਵਾਹਿਗੁਰੂ, ਤੇਰੀ ਗਤੀ ਤੇ ਅੰਦਾਜ਼ਾ ਤੂੰ ਆਪ ਹੀ ਜਾਣਦਾ ਹੈ। ਗਤ ਕਹਿੰਦੇ ਨੇ ਹਾਲਤ ਨੂੰ, ਅਵਸਥਾ ਨੂੰ, ਚਾਲ ਨੂੰ, ਮਿਤ ਕਹਿੰਦੇ ਅੰਦਾਜ਼ੇ ਨੂੰ। ਤੁਹਾਡੀ ਅਵਸਥਾ, ਤੁਹਾਡੀ ਹਾਲਤ, ਤੁਹਾਡਾ ਅੰਦਾਜ਼ਾ ਇਹ ਕੋਈ ਨਹੀਂ ਲਾ ਸਕਿਆ। ਤੇਰੀ ਕੁਦਰਤ ਬਾਰੇ ਕੀ ਕੋਈ ਦੱਸ ਸਕਦਾ? ਕਿਆ ਕੋ ਆਖ ਵਖਾਣ। ਤੁਹਾਡੀ ਕੁਦਰਤ ਬਾਰੇ, ਤੁਹਾਡੇ ਪਸਾਰੇ ਬਾਰੇ ਤਾਂ ਕੀ ਕਿਸੇ ਨੇ ਦੱਸਣਾ? ਕੋਈ ਖੋਜ ਹੀ ਨਹੀਂ ਕਰ ਸਕਦਾ। ਇੱਕ ਸ਼ਹਿਰ 'ਚ ਕਿੰਨੇ ਪੱਤੇ ਨੇ ਅਤੇ ਕਿੰਨੇ ਦਰਖਤ ਨੇ ਅਤੇ ਕਿੰਨੇ ਉਹਨਾਂ ਦੇ ਪੱਤੇ ਦਰਖਤਾਂ ਦੇ, ਉਹ ਹੀ ਨਹੀਂ ਕੋਈ ਦੱਸ ਸਕਿਆ। ਇਸ ਕਰਕੇ ਸਤਿਗੁਰੂ ਮਹਾਰਾਜ ਕਹਿੰਦੇ ਨੇ
ਅਸਮਾਨ ਦੇ ਤਾਰੇ ਨਹੀਂ ਕੋਈ ਗਿਣ ਸਕਿਆ ਅੱਜ ਤੱਕ, ਕਿਉਂਕਿ ਉਹ ਤਾਂ ਅੱਗੇ ਤੋਂ ਅੱਗੇ ਅੱਗੇ ਤੋਂ ਅੱਗੇ ਹੋਰ ਵਧੀ ਜਾਂਦੇ ਨੇ। ਤੂੰ ਆਪੇ ਗੁਪਤਾ ਆਪੇ ਪ੍ਰਗਟ ਆਪੇ ਸਭ ਰੰਗ ਮਾਣੈ। ਹੁਣ ਫਰਮਾਉਂਦੇ ਹਨ ਮਹਾਰਾਜ ਸੱਚੇ ਪਾਤਸ਼ਾਹ ਕਿ ਹੇ ਵਾਹਿਗੁਰੂ, ਤੂੰ ਆਪ ਹੀ ਲੁਕਿਆ ਹੋਇਆ ਹੈ, ਆਪ ਹੀ ਪ੍ਰਗਟ ਹੈ ਸਾਰੇ ਕਿਤੇ, ਆਪ ਹੀ ਸਾਰੇ ਰੰਗ ਮਾਣਨ ਵਾਲਾ ਹੈ, ਆਪ ਹੀ ਸੂਖਮ ਤੇ ਸਥੂਲ ਰੂਪ ਹੋ ਕੇ ਰੰਗ ਮਾਣਦਾ ਹੈ। ਕਿਤੇ ਕੁਛ ਬਣਿਆ, ਕਿਤੇ ਕੁਛ ਬਣਿਆ, ਕਿਤੇ ਕੁਛ ਬਣਿਆ, ਸਾਰੇ ਤੇਰੇ ਹੀ ਰੂਪ ਨੇ। ਸਾਰਾ ਕੁਝ ਉੱਪਰਲੀਆਂ ਅਵਸਥਾ ਵਿੱਚ ਜਾ ਕੇ ਨਜ਼ਰ ਆਉਂਦਾ ਹੈ। ਸ਼ਹਿਰ ਵਿੱਚ ਕਾਰ ਵਿੱਚ ਘੁੰਮਦਿਆਂ, ਪੈਦਲ ਜਾਂਦਿਆਂ, ਸੜਕਾਂ ਦੇ ਉੱਤੇ ਫਿਰਦਿਆਂ ਆਪਾਂ ਨੂੰ ਓਨਾ ਨਹੀਂ ਪਤਾ ਲੱਗਦਾ ਜਿੰਨਾ ਕਿ ਜਦੋਂ ਕੋਈ ਜੀਵ ਹਵਾਈ ਜਹਾਜ਼ ਵਿੱਚ ਬਹਿ ਕੇ ਉੱਪਰੋਂ ਸ਼ਹਿਰ ਨੂੰ ਦੇਖਦਾ। ਉਹ ਇੱਕ ਵੱਖਰਾ ਹੀ ਨਜ਼ਾਰਾ ਹੈ। ਅਤੇ ਜਦੋਂ ਰੌਕਟ ਵਿੱਚ ਬਹਿ ਕੇ ਬਹੁਤ ਉੱਪਰ ਚਲਿਆ ਜਾਂਦਾ, ਧਰਤੀ ਇੱਕ ਛੋਟੀ ਜਿਹੀ ਗੇਂਦ ਵਾਂਗੂ ਲੱਗਦੀ ਹੈ। ਉਹ ਇੱਕ ਵੱਖਰੀ ਚੀਜ਼ ਹੈ, ਜਿਵੇਂ ਤਾਰੇ ਸਿਤਾਰੇ ਚੰਦਰਮਾ ਲੱਗਦੇ ਨੇ ਆਪਾਂ ਨੂੰ। ਤਾਂ ਸਤਿਗੁਰੂ ਮਹਾਰਾਜ ਕਹਿੰਦੇ ਆਪੇ ਹੀ ਵਾਹਿਗੁਰੂ ਸਾਰਿਆਂ ਥਾਵਾਂ 'ਤੇ ਵਰਤਣ ਵਾਲਾ, ਸਾਰੇ ਰੰਗ ਮਾਨਣ ਵਾਲਾ ਆਪ ਹੀ ਹੈ। ਹਰੇਕ ਕਰਮ ਨੂੰ ਕਰਨ ਵਾਲਾ ਆਪ ਹੀ ਹੈ। ਸਾਧਿਕ ਸਿੱਧ ਗੁਰੂ ਬਹੁ ਚੇਲੇ ਖੋਜਤ ਫਿਰਹਿ ਫੁਰਮਾਣੈ। ਉਹਦੇ ਫਰਮਾਣੇ ਤੋਂ ਭਾਵ ਉਹਦੇ ਹੁਕਮ ਦੇ ਵਿੱਚ ਅਨੇਕਾਂ ਸਾਧਕ ਜਿਹੜੇ ਸਾਧਨਾ ਕਰਨ ਵਾਲੇ ਨੇ। ਸਿੱਧ ਉਹ ਹੁੰਦੇ ਨੇ ਜਿਹੜੇ ਪੁੱਗੇ ਹੋਏ ਜੋਗੀ ਹੁੰਦੇ ਨੇ, ਪਹੁੰਚੇ ਹੋਏ। ਉਹਨਾਂ ਦੇ ਜਿਹੜੇ ਗੁਰੂ ਨੇ ਅਤੇ ਚੇਲੇ ਜਿਹੜੇ ਨੇ ਉਹ ਸਾਰੇ ਅਸਲ ਵਿੱਚ ਤੇਰੇ ਹੁਕਮ ਵਿੱਚ ਹੀ ਤੈਨੂੰ ਲੱਭਦੇ ਫਿਰਦੇ ਨੇ, ਕਿਉਂਕਿ ਉਹ ਤੇਰੇ ਹੁਕਮ ਵਿੱਚ ਭਰਮਾਏ ਹੋਏ ਭਟਕਦੇ ਹੋਏ। ਕਿਸੇ ਨੂੰ ਵੀ ਤੁਸੀਂ ਜਿੱਦਣ ਮਰਜ਼ੀ ਪਾ ਦਿਓ, ਤਰਸ ਕਰ ਲਓ ਤਾਂ ਭਾਵੇਂ ਵੱਖਰੀ ਗੱਲ ਹੈ। ਆਪਾਂ ਵੀ ਬੇਨਤੀ ਕਰੀ ਕਿ ਤਰਸ ਹੀ ਰੱਖਿਓ, ਸਾਡੇ 'ਤੇ ਮਿਹਰ ਰੱਖਿਓ। ਤਰਸ ਕੀਤੇ ਤੋਂ ਬਿਨਾਂ ਨਹੀਂ ਕੁਛ ਮਿਲਣਾ। ਇਹ ਤਾਂ ਨਦਰ ਕਰ ਹੈ ਜੇ ਆਪਣੀ ਤਾਂ ਨਦਰੀ ਸਤਿਗੁਰ ਪਾਇਆ। ਇਹੋ ਜੀਓ ਬਹੁਤੇ ਜਨਮ ਭਰਮਿਆ ਤਾਂ ਸਤਿਗੁਰ ਸ਼ਬਦ ਸੁਣਾਇਆ। ਮਹਾਰਾਜ ਸੱਚੇ ਪਾਤਸ਼ਾਹ ਦੀ ਨਦਰ ਹੀ ਹੋਵੇ ਤਾਂ ਹੀ ਕਿਰਪਾ ਹੁੰਦੀ ਹੈ। ਕਿਉਂਕਿ ਜਿਉਂ-ਜਿਉਂ ਜੀਵ ਜਿਹੜੇ ਨੇ ਜੋਗੀ ਲੋਕ ਨੇ, ਹੋਰ ਵੀ ਮਿਹਨਤੀਏ ਮਸ਼ੱਕਤੀਏ ਨੇ, ਜਲ ਧਾਰੇ ਆਦਿ ਕਰਨ ਵਾਲੇ, ਪੁੱਠੇ ਲਟਕਣ ਵਾਲੇ, ਉਹ ਮਿਹਨਤ ਦਾ ਹੀ ਹੰਕਾਰ ਹੋਈ ਜਾਂਦਾ ਕਿ ਮੈਂ ਦੇਖੋ 12 ਸਾਲ ਪਾਣੀ 'ਚ ਖੜਿਆ, ਮੈਂ 12 ਸਾਲ ਪੁੱਠਾ ਲਟਕਿਆ, ਮੈਂ ਇੱਕ ਲੱਤ ਦੇ ਭਾਰ 12 ਸਾਲ ਖੜੇ। ਇਹੀ ਹਉਮੈ ਵਧੀ ਜਾਂਦੀ। ਪਾਠ ਕਰਨ ਵਾਲੇ ਵੀ ਧਿਆਨ ਰੱਖੋ। ਬਹੁਤ ਸਾਰੇ ਲੋਕ ਉਹ ਵੀ ਐਸਾ ਹੀ ਕਹਿੰਦੇ ਸੁਣੇ ਜਾਂਦੇ ਨੇ, ਮੈਨੂੰ ਇੰਨੇ ਸਾਲ ਹੋ ਗਏ ਇੱਥੇ ਆਉਂਦੇ ਨੂੰ, ਮੈਨੂੰ ਇੰਨੇ ਸਾਲ ਹੋ ਗਏ ਅੰਮ੍ਰਿਤ ਛਕੇ ਨੂੰ, ਮੈਂ ਇੰਨਾ ਪਾਠ ਕੀਤਾ ਹੁਣ ਤੱਕ। ਸਤਿਗੁਰੂ ਕਹਿੰਦੇ ਹਉਮੈ ਨੂੰ ਵਧਾਉਣਾ ਨਹੀਂ, ਹਉਮੈ ਨੂੰ ਬਿਲਕੁਲ ਖਤਮ ਕਰਨ ਵਾਸਤੇ ਆਪਾਂ ਤੁਰੇ ਹੋਏ ਹਾਂ। ਕਿਉਂਕਿ ਹਉਮੈ ਦੀ ਨਿਵਰਤੀ ਹੀ ਉਹਦੀ ਪ੍ਰਾਪਤੀ ਪਰਮੇਸ਼ਰ ਦੀ। ਕਹਿੰਦੇ ਨੇ ਹੁਣ ਆਪਾਂ ਬੇਨਤੀ ਹੋਈ ਕਰੀਏ ਸਾਰੇ ਰਲ ਕੇ। ਸਿੱਧਾਂ ਨੂੰ ਵੀ ਕਿਹਾ, ਆਪਾਂ ਨੂੰ ਵੀ ਕਿਹਾ ਕਿ ਸਾਰੇ ਰਲ ਕੇ ਬੇਨਤੀ ਕਰੀਏ। ਅਖੀਰਲੀ ਪੌੜੀ 'ਚ ਬੇਨਤੀ ਕਰਨ ਦਾ ਹੀ ਤਰੀਕਾ ਦੱਸਿਆ। ਮੰਗ ਹੈ ਨਾਮ ਪਾਏ ਇਹ ਭਿਖਿਆ। ਹੇ ਵਾਹਿਗੁਰੂ, ਤੈਥੋਂ ਤੁਹਾਡਾ ਨਾਮ ਹੀ ਮੰਗਦੇ ਹਾਂ ਅਸੀਂ। ਇਹੀ ਬੇਨਤੀ ਕਰਦੇ ਹਾਂ, ਇਹੀ ਭਿਖਿਆ, ਇਹੀ ਅਸੀਂ ਭਿਖਾਰੀ ਹੋ ਕੇ ਤੁਹਾਡੇ ਦਰ 'ਤੇ ਆਏ ਹਾਂ। ਤੇਰੇ ਦਰਸ਼ਨ ਕਉ ਕੁਰਬਾਨ ਹੈ। ਬੇਨਤੀ ਕਰਦੇ ਹਾਂ ਕਿ ਨਾਮ ਰੂਪੀ ਭਿਖਿਆ ਸਾਡੀ ਝੋਲੀ 'ਚ ਪਾ ਦਿਓ। ਉਹ ਤੁਹਾਡੇ ਦਰਸ਼ਨ ਤੋਂ ਸਦਕੇ ਜਾਂਦੇ ਹਾਂ, ਜਿਹੜੇ ਤੁਹਾਡੇ ਮਹਾਨ ਦਰਸ਼ਨ ਨੇ, ਸਰਵ ਵਿਆਪਕ ਦਰਸ਼ਨ ਨੇ, ਉਹ ਦਰਸ਼ਨ ਵੀ ਸਾਨੂੰ ਦੇ ਦਿਓ। ਜੇ ਝੋਲੀ ਅੱਡ ਕੇ ਉਹਦੇ ਦਰ ਤੋਂ ਮੰਗੀਏ, ਹਮ ਭੀਖਕ ਭੇਖਾਰੀ ਤੇਰੇ ਤੂੰ ਨਿਜਪਤ ਹੈ ਦਾਤਾ, ਉਹਦੇ ਦਰ ਤੋਂ ਮੰਗਣਾ ਹੈ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਮੰਗ ਲਓ। ਜੇ ਮੰਗਣਾ ਨਹੀਂ ਆਉਂਦਾ ਤਾਂ ਸਿੱਖ ਲਓ। ਜਾਚਕ ਬਣ ਕੇ, ਜਾਚਕ ਜਨ ਜਾਚੈ ਪ੍ਰਭ ਦਾਨ, ਕਰ ਕਿਰਪਾ ਦੇਹੋ ਹਰ ਨਾਮ, ਸਾਧ ਜਨਾ ਕੀ ਮੰਗੋ ਧੂਰ, ਪਾਰ ਬ੍ਰਹਮ ਮੇਰੀ ਸਰਦਾ ਪੂਰ, ਸਦਾ ਸਦਾ ਪ੍ਰਭ ਕੇ ਗੁਣ ਗਾਵੋਂ, ਸਾਸ ਸਾਸ ਪ੍ਰਭ ਤੁਮਹਿ ਧਿਆਵੋਂ, ਚਰਨ ਕਮਲ ਸਿਉ ਲਾਗੈ ਪ੍ਰੀਤ, ਭਗਤ ਕਰੋ ਪ੍ਰਭ ਕੀ ਨਿਤ ਨੀਤ, ਉਹ ਏਕ ਓਟ ਏਕੋ ਆਧਾਰ, ਨਾਨਕ ਮੰਗੈ ਨਾਮ ਪ੍ਰਭ ਸਾਰ। ਕਿਉਂਕਿ ਪ੍ਰਭ ਕੀ ਦ੍ਰਿਸ਼ਟ ਮਹਾ ਸੁਖ ਹੋਏ, ਹਰ ਰਸ ਪਾਵੈ ਬਿਰਲਾ ਕੋਏ। ਸਾਰੀ ਅਸ਼ਟਪਦੀ ਪੜ੍ਹੋ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕੋਲੋਂ ਮੰਗਣਾ ਹੈ। ਵਿਣ ਤੁਧ ਹੋਰ ਜੇ ਮੰਗਣਾ, ਸਿਰ ਦੁੱਖਾਂ ਦਾ ਦੁੱਖ ਦੇ, ਨਾਮ ਸੰਤੋਖੀਆ ਉਤਰੇ ਮਨ ਕੀ ਭੁੱਖ। ਮਹਾਰਾਜ ਕਹਿੰਦੇ ਨੇ ਵਾਹਿਗੁਰੂ ਤੋਂ ਮੰਗਣਾ ਹੈ। ਵਿਸਰ ਨਾਹੀ ਦਾਤਾਰ, ਆਪਣਾ ਨਾਮ ਦੇਹੋ, ਗੁਣ ਗਾਵਾਂ ਦੇ ਨਰਾਤ, ਨਾਨਕ ਚਾਓ ਇਹੋ। ਇੱਕ ਨਾਨਕ ਕੀ ਅਰਦਾਸ, ਜੇ ਤੁਧ ਭਾਵਸੀ, ਮੈਂ ਦੀਜੈ ਨਾਮ ਨਿਵਾਸ, ਹਰ ਗੁਣ ਗਾਵਸੀ।
ਦਰਸ਼ਨ ਪਿਆਸੀ ਦਿਨ ਸਰਾਤ, ਚਿਤਵ ਅੰਦਿਨ ਨੀਤ, ਖੋਲ ਕਪਟ ਗੁਰ ਮੇਲਿਆ, ਨਾਨਕ ਹਰ ਸੰਗ ਮੀਤ। ਬੇਨਤੀ ਕਰਨੀ ਹੈ। ਦਰਸ਼ਨ ਦੇਖ ਜੀਵਾਂ ਗੁਰ ਤੇਰਾ, ਪੂਰਨ ਕਰਮ ਹੋਏ ਪ੍ਰਭ ਮੇਰਾ। ਇਹ ਬੇਨੰਤੀ ਸੁਣ ਪ੍ਰਭ ਮੇਰੇ, ਦੇਹ ਨਾਮ ਕਰ ਆਪਣੇ ਚਿਹਰੇ। ਆਪਣੀ ਸਰਣ ਰਾਖ ਪ੍ਰਭ ਦਾਤੇ, ਗੁਰ ਪ੍ਰਸਾਦ ਕਿਨੈ ਵਿਰਲੇ ਜਾਤੇ। ਸੁਨਹੁ ਬਿਨੋ ਪ੍ਰਭ ਮੇਰੇ ਮੀਤਾ, ਚਰਨ ਕਮਲ ਵਸਹਿ ਮੇਰੇ ਚੀਤਾ। ਨਾਨਕ ਏਕ ਕਰੈ ਅਰਦਾਸ, ਬਿਸਰ ਨਾਹੀ ਪੂਰਨ ਗੁਣਤਾਸ। ਸਤਿਗੁਰੂ ਮਹਾਰਾਜ ਕਹਿੰਦੇ ਨਾਮ ਦੀ ਭਿੱਖਿਆ ਮੰਗੋ, ਝੋਲੀਆਂ ਅੱਡ ਕੇ ਨਾਮ ਦੀ ਭਿੱਖਿਆ ਮੰਗੋ। ਇਹ ਸਭ ਤੋਂ ਉੱਚੀ ਚੀਜ਼ ਹੈ। ਛੋਟੀਆਂ ਛੋਟੀਆਂ ਚੀਜ਼ਾਂ ਮੰਗਣ ਖੜ ਜਾਂਦੇ ਆ, ਉਹ ਨਿਆਣਿਆਂ ਦੀ ਤਰ੍ਹਾਂ ਰੋਜ਼ ਦੇਈ ਜਾਂਦੇ, ਦਿਓ ਇੰਨੇ ਪੈਸੇ ਦਿਓ, ਆਹ ਖਿਡੌਣਾ ਲੈ ਦਿਓ, ਆਹ ਚੀਜ਼ ਲੈ ਦਿਓ। ਮਹਾਰਾਜ ਕਹਿੰਦੇ ਆਓ ਸਾਰੇ ਮਿਲ ਕੇ ਨਾਮ ਮੰਗੀਏ। ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਸਮਾਪਤੀ ਕਰਦਿਆਂ ਹੋਇਆਂ ਜਿਵੇਂ ਆਪ ਨੇ ਬਚਨ ਕੀਤਾ, ਤੇਰਾ ਕੀਤਾ ਜਾਤੋ ਨਾਹੀ, ਮੈਨੂੰ ਜੋਗ ਕੀਤੋਈ। ਮੈਂ ਨਿਰਗੁਣਿਆਰੇ ਕੋ ਗੁਣ ਨਾਹੀ, ਆਪੇ ਤਰਸ ਪਏ ਹੋਈ। ਤਰਸ ਪਿਆ ਮਿਹਰਾ ਮਤ ਹੋਈ, ਮੈਂ ਰਹਿਮਤ ਹੋਈ। ਸਾਰੇ ਪੜ੍ਹੀ ਜਾਂਦੇ ਆ, ਮੈਂ ਰਹਿਮਤ ਨਹੀਂ ਕਹਿਣਾ। ਰਹਿਮਤ ਤੁਸੀਂ ਤਾਂ ਇੱਕ ਰਹਿਮਤ, ਚਲੋ ਫਲਾਣੇ ਨੇ ਬੜੀ ਰਹਿਮਤ ਕੀਤੀ ਆ ਬਈ, ਨਹੀਂ। ਤਰਸ ਪਿਆ ਮਿਹਰਾਮਤ, ਮਿਹਰ ਅਮਿਤ ਇਹਦਾ ਅਰਥ ਹੈ। ਮਿਣਤੀ ਤੋਂ ਰਹਿਤ ਮਿਹਰ ਕੀਤੀ ਹੈ। ਤਰਸ ਪਿਆ ਮਿਹਰਾਮਤ ਹੋਈ। ਸਤਿਗੁਰ ਸੱਜਣ ਮਿਲਿਆ, ਨਾਨਕ ਨਾਮ ਮਿਲੈ ਤਾਂ ਜੀਵਾਂ। ਤਨ ਮਨ ਥੀਵੈ ਹਰਿਆ, ਤੁਰੇ ਫਿਰਦੇ ਗਾਉਂਦੇ ਰਹੋ, ਨਾਮ ਮਿਲੈ ਤਾਂ ਜੀਵਾਂ। ਨਾਨਕ ਨਾਮ ਮਿਲੈ ਤਾਂ ਜੀਵਾਂ। ਅਬਿਨਾਸੀ ਪ੍ਰਭ ਖੇਲ ਰਚਾਇਆ, ਗੁਰਮੁਖ ਸੋਝੀ ਹੋਈ। ਨਾਸ ਤੋਂ ਰਹਿਤ ਅਬਿਨਾਸੀ, ਜੀਵਨ ਕੋ ਦਾਤਾ। ਸਿਮਰਤ ਸਭ ਮਲ ਖੋਈ, ਗੁਣ ਧਨਾਨ ਭਗਤਨ ਕੋ ਬਰਤਨ। ਬਿਰਲਾ ਪਾਵੈ ਕੋਈ, ਮੇਰੇ ਮਨ ਜਪ ਗੁਰ ਗੋਪਾਲ ਪ੍ਰਭ ਸੋਈ। ਜਾਂ ਕੀ ਸਰਣ ਪਿਆ ਸੁਖ ਪਾਈਐ, ਬਾਹੜ ਦੁਖ ਨਾ ਹੋਈ। ਵਡਭਾਗੀ ਸਾਧ ਸੰਗ ਪ੍ਰਾਪਤ, ਤਿਨ ਭੇਟਤ ਦੁਰਮਤ ਖੋਈ। ਤਿਨ ਕੀ ਧੂਰ ਨਾਨਕ ਦਾਸ ਬਾਂਛੈ, ਜਿਨ ਹਰ ਨਾਮ ਹਿਰਦੈ ਪਰੋਈ। ਅਬਿਨਾਸੀ ਵਾਹਿਗੁਰੂ ਨੇ ਇਹ ਜਗਤ ਰੂਪੀ ਖੇਲ ਰਚਾਇਆ। ਸੰਸਾਰ ਉਹਨਾਂ ਨੇ ਰਚਿਆ, ਖੇਡ ਹੈ ਉਹਨਾਂ ਦੀ, ਪਰ ਇਹਦੀ ਸੋਝੀ ਵੀ ਗੁਰੂ ਰਾਹੀਂ ਹੀ ਗੁਰਮੁਖਾਂ ਨੂੰ ਹੁੰਦੀ ਹੈ ਕਿ ਇਹ ਸਾਰੀ ਖੇਡ ਖੇਡਦਾ ਹੈ। ਇਹ ਖੇਡ ਵਿੱਚੋਂ ਇੱਕ ਨਾ ਭਾਣਾ ਕੱਢ ਲਏ, ਇੱਕ ਨਾ ਮਾਇਆ ਵਿੱਚ ਨਿਵਾਸ। ਇਹ ਆਖ ਨਾ ਜਾਪੇ, ਜੇ ਕਿਸੇ ਆਣਾ ਰਾਸ। ਨਾਨਕ ਗੁਰਮੁਖ ਜਾਣੀਆਂ, ਜਾ ਕੋ ਆਪ ਕਰੇ ਪ੍ਰਗਾਸ। ਹੁਣ ਇਹ ਵੀ ਸੋਝੀ ਆਪਾਂ ਨੂੰ ਕਿਸੇ ਕਿਸੇ ਨੂੰ ਪਾਉਂਦੇ ਨੇ ਕਿ ਉਹ ਇਹ ਤਾਂ ਖੇਡਾ ਵਾਹਿਗੁਰੂ ਦਾ ਤਮਾਸ਼ਾ ਹੈ। ਆਪਾਂ ਸੀਰੀਅਸਲੀ ਲੈ ਕੇ ਜਿਉਂ ਸਵੇਰ ਤੋਂ ਭਜਦੇ ਹਾਂ ਰਾਤ ਤੱਕ, ਰਾਤ ਤੋਂ ਸਵੇਰ ਤੱਕ ਬੜੇ ਇਹਦੇ ਵਿੱਚ ਹੀ ਗੰਭੀਰ ਹੋਏ ਬੈਠੇ ਆ। ਮੈਂ ਇੰਨਾ ਬਣਾ ਲਿਆ, ਇੰਨਾ ਕਮਾ ਲਿਆ, ਮੈਂ ਆਹ ਕਰ ਲਿਆ, ਮੈਂ ਆਹ ਕਰ ਲਿਆ। ਅਸਲ ਵਿੱਚ ਉਹ ਇੱਕ ਤਮਾਸ਼ਾ ਹੈ। ਸਹੀ ਮਨੁੱਖਾ ਜਨਮ ਦਾ ਲਾਭ ਸੀ ਜਦੋਂ ਮਨੁੱਖ ਜਨਮ ਮਿਲਿਆ, ਨਾਮ ਜਪਣ ਲਈ ਮਿਲਿਆ, ਸੇਵਾ ਲਈ ਮਿਲਿਆ, 84 ਚੋਂ ਨਿਕਲਣ ਲਈ ਮਿਲਿਆ। ਪਰ ਮਾਇਆ ਦੀ ਮਿਠਾਸ, ਮਾਇਆ ਤਾਂ ਮੋਹਣੀ ਤਿੰਨਾ ਕੀਤੀ। ਜਿਨ ਠਗੌਲੀ ਪਾਈਆ, ਕੁਰਬਾਨ ਕੀਤਾ ਤਿਸਾ ਵਿਟੋ। ਜਿਨ ਮੋਹ ਮਿੱਠਾ ਲਾਇਆ, ਕਹਿ ਨਾਨਕ ਮਨ ਚੰਚਲ। ਚਤੁਰਾਈ ਕਿਨਾ ਨਾ ਪਾਇਆ। ਮਹਾਰਾਜ ਕਹਿੰਦੇ ਚਤੁਰਾਈ ਨਾਲ ਨਹੀਂ, ਇਹ ਮਿੱਠੀ ਮਾਇਆ ਲਾ ਦਿੱਤੀ ਹਰੇਕ ਨੂੰ ਹੀ, ਬੰਦਾ ਉਹਦੇ ਮਗਰੀ ਭੱਜਿਆ ਫਿਰਦਾ। ਇਹ ਗੁਰਮੁਖਾਂ ਨੂੰ ਸੋਝੀ ਹੋ ਜਾਂਦੀ, ਤਾਈਆਂ ਤੋਂ ਵੱਖਰੇ ਇਕਾਂਤ ਵਿੱਚ ਆਵਾਜ਼ ਆ ਕੇ ਆਪਣੀ ਭਗਤੀ ਕਰੀ। ਉਹਨਾਂ ਨੂੰ ਪਤਾ ਵੀ ਸਾਰੀ ਦੁਨੀਆ ਤਾਂ ਕਮਲਿਆਂ ਵਾਂਗ, ਕੀ ਕਹਿੰਦੇ ਤੀਜੇ ਪਾਤਸ਼ਾਹ, ਬਿਨ ਨਾਵੈ ਜਗ ਕਮਲਾ ਫਿਰੈ, ਗੁਰਮੁਖ ਨਦਰੀ ਆਇਆ। ਜਿਹੜੇ ਕਹਿੰਦੇ ਨੇ ਮੈਂ ਬਹੁਤ ਸਿਆਣਾ ਹਾਂ, ਸਤਿਗੁਰੂ ਕਹਿੰਦੇ ਇਹ ਸਿਆਣਾ ਨਹੀਂ। ਸਿਆਣਾ ਕਿਉਂ ਹੈ? ਸਿਆਣਾ ਕਿਹਨੂੰ ਕਿਹਾ? ਸਤਿਗੁਰੂ ਕਹਿੰਦੇ ਜੇ ਸਿਆਣਾ ਤਰਦਾ ਹੁੰਦਾ ਤਾਂ ਅਸੀਂ ਕਿਉਂ ਲਿਖਦੇ ਕਿ ਭਗਤ ਬਿਨਾਂ ਬਹੁ ਡੂਬੇ ਸਿਆਣੇ। ਸਿਆਣੇ ਤਾਂ ਡੁੱਬ ਜਾਂਦੇ ਨੇ ਭਗਤੀ ਕੀਤੀ ਤੋਂ ਬਿਨਾਂ। ਅਸਲ ਸਿਆਣਾ ਉਹ ਹੈ ਜਿਹੜਾ ਭਗਤੀ ਕਰਦਾ ਹੈ, ਨਾਮ ਵਾਲੇ ਪਾਸੇ ਚੱਲਦਾ ਹੈ, ਹਉਮੈ ਦਾ ਨਿਵਰਤੀ ਕਰਦਾ ਹੈ, ਬਾਣੀ ਨੂੰ ਸਮਝਦਾ ਹੈ, ਪੜ੍ਹਦਾ ਹੈ, ਉਹਦੇ ਉੱਤੇ ਅਮਲ ਕਰਦਾ ਹੈ। ਗੁਰਮੁਖ ਦੇਖਦੇ ਨੇ ਕਿ ਮੈਨੂੰ ਕਿੱਥੇ ਲਾਭ ਹੈ, ਕਿੱਥੇ ਨੁਕਸਾਨ ਹੈ, ਸੱਤ ਤੇ ਅਸੱਤ ਦਾ ਨਿਰਣਾ ਕਰਦੇ ਨੇ। ਇਸ ਕਰਕੇ ਉਹਨਾਂ ਨੂੰ ਸੋਝੀ ਹੋ ਜਾਂਦੀ ਗੁਰਮੁਖਾਂ ਨੂੰ। ਸਤਿਗੁਰੂ ਮਹਾਰਾਜ ਕਹਿੰਦੇ ਨੇ ਨਾਨਕ ਸਭ ਜੁਗ ਆਪੇ ਵਰਤੈ, ਦੂਜਾ ਅਵਰ ਨਾ ਕੋਈ। ਸਮਾਪਤੀ 'ਤੇ ਫਰਮਾਉਂਦੇ ਨੇ ਸਾਰਿਆਂ ਯੁੱਗਾਂ ਦੇ ਵਿੱਚ ਵਾਹਿਗੁਰੂ ਆਪ ਹੀ ਵਰਤ ਰਹੇ ਨੇ, ਮੌਜੂਦ ਨੇ, ਹਾਜ਼ਰ ਨਾਜ਼ਰ ਨੇ। ਉਹਨਾਂ ਤੋਂ ਬਿਨਾਂ ਹੋਰ ਦੂਜਾ ਖੇਲ ਰਚਾਉਣ ਵਾਲਾ ਕੋਈ ਨਹੀਂ, ਹੋਰ ਦੂਜਾ ਕੋਈ ਨਹੀਂ ਕਿਤੇ ਵਰਤ ਰਿਹਾ। ਲਿਖਿਆ ਹੈ 73 73 ਤੋਂ ਬਾਅਦ ਏਕਾ ਪਾਇਆ ਹੈ। ਇਹਦਾ ਭਾਵ ਕੀ ਕਿ 73 ਪੌੜੀਆਂ ਦੀ ਇੱਕੋ ਹੀ ਬਾਣੀ ਹੈ ਇਹ ਸਿੱਧ ਗੋਸ਼ਟ।
ਸੋ ਇਸ ਕਰਕੇ ਸਤਿਗੁਰੂ ਮਹਾਰਾਜ ਨੇ ਜਿਵੇਂ ਇਸ ਬਾਣੀ ਦੀ ਆਰੰਭਕ ਪੌੜੀ 'ਚ ਮੰਗਲਾਚਰਨ ਦੀ ਸੂਚਕ ਹੈ ਨਾ ਸ਼ੁਰੂ 'ਚ ਲਿਖਿਆ, ਤਿਵੇਂ ਪੌੜੀ ਇਹ 72ਵੀਂ ਉੱਤੇ ਗੋਸ਼ਟੀ ਦੀ ਸਮਾਪਤੀ ਤੇ ਪੌੜੀ 73ਵੀਂ ਦੇ ਅੰਤ ਵਿੱਚ ਵਾਹਿਗੁਰੂ ਦੇ ਅੱਗੇ ਬੇਨਤੀ ਕੀਤੀ ਹੈ। ਹੇ ਵਾਹਿਗੁਰੂ, ਗੁਪਤ ਪ੍ਰਗਟ ਸਾਰੇ ਰੂਪਾਂ ਵਿੱਚ ਤੂੰ ਆਪ ਮੌਜੂਦ ਹੈ। ਆਪਣੀ ਵਡਿਆਈ ਨੂੰ ਤੂੰ ਆਪ ਹੀ ਜਾਣਦਾ ਹੈ। ਤੇਰੀ ਵਡਿਆਈ ਤੂੰ ਹੈ ਜਾਣ ਹੈ। ਸਭ ਤੁਧਨੋਂ ਨਿਤ ਧਿਆਏ, ਜਿਸਨੋਂ ਤੁਧ ਭਾਵੈ ਤਿਸਨੋਂ ਤੂੰ ਮਿਲ ਹੈ। ਜਨ ਨਾਨਕ ਸੋ ਥਾਏ ਪਾਏ। ਤੇਰੀ ਵਡਿਆਈ ਤੂੰ ਹੈ ਜਾਣਦਾ, ਤੁਧ ਜੇਵੜ ਅਵਰ ਨ ਕੋਈ। ਤੁਧ ਜੇਵੜ ਹੋਰ ਸ਼ਰੀਕ ਹੋਵੈ ਤਾਂ ਆਖੀਐ, ਤੁਧ ਜੇਵੜ ਤੂੰ ਹੈ ਹੋਈ। ਸਾਰੇ ਸਿੱਧ ਸਾਧਕ ਹੋਰ ਵੱਡੇ ਵਡੇਰੇ ਸਭ ਤੇਰੇ ਦਰ ਦੇ ਭਿਖਾਰੀ ਨੇ ਅਤੇ ਤੇਰੇ ਦਰਸ਼ਨ ਤੋਂ ਕੁਰਬਾਨ ਜਾਂਦੇ ਨੇ। ਅਸਲੀਅਤ ਤਾਂ ਇਹ ਹੈ ਕਿ ਅਬਿਨਾਸੀ ਵਾਹਿਗੁਰੂ ਨੇ ਇਹ ਜਗਤ ਰਚਨਾ ਜਿਤਨੀ ਵੀ ਰਚੀ ਹੈ ਨਾ ਇੱਕ ਖੇਡ ਬਣਾਈ ਹੈ। ਰਾਚੇ ਰਚਨਾ ਆਪਣੀ ਕਲ ਧਾਰੀ, ਅਨਕ ਬਾਰ ਨਾਨਕ ਬਲਿਹਾਰੀ। ਅਤੇ ਉਸ ਤੋਂ ਬਿਨਾਂ ਹੋਰ ਕੋਈ ਕੁਝ ਕਰਨ ਦੇ ਸਮਰੱਥ ਹੀ ਨਹੀਂ। ਸਾਰੇ ਯੁੱਗਾਂ ਵਿੱਚ ਵਾਹਿਗੁਰੂ ਆਪ ਹੀ ਆਪ ਵਰਤ ਰਹੇ ਨੇ। ਉਹਦੀ ਗਤਮਿਤ ਨੂੰ ਕੋਈ ਬਿਆਨ ਨਹੀਂ ਕਰ ਸਕਦਾ। ਤਾਂ ਕਿ ਗਤਮਿਤ ਕਹੀ ਨਾ ਜਾਏ, ਦੂਸਰ ਹੋਏ ਤਾਂ ਸੋਝੀ ਪਾਏ। ਤੁਮਰੀ ਗਤਮਿਤ ਤੁਮ ਹੀ ਜਾਨੀ, ਨਾਨਕ ਦਾਸ ਸਦਾ ਕੁਰਬਾਨੀ। ਸੋ ਇਸ ਕਰਕੇ ਸਤਿਗੁਰੂ ਮਹਾਰਾਜ ਨੇ ਇਹ ਇਤਨੀ ਮਹਾਨ ਬਖਸ਼ਿਸ਼ ਕੀਤੀ ਹੈ। ਸਿੱਧ ਗੋਸ਼ਟ ਕਈ ਸਾਲਾਂ ਤੋਂ ਵਿਚਾਰ ਚੱਲ ਰਹੀ ਸੀ ਮਨਾਂ 'ਚ ਵੀ ਹੋਰ ਸਾਰੀਆਂ ਕਾਫੀ ਬਾਣੀਆਂ ਦੀ ਕਥਾ ਕੀਤੀ, ਵੀ ਸਿੱਧ ਗੋਸ਼ਟ ਦੀ ਕਥਾ ਨਹੀਂ ਕੀਤੀ। ਇਹਦੇ ਲਈ ਸਾਨੂੰ ਪਹਿਲਾਂ ਬਹੁਤ ਤਿਆਰ ਹੋਣਾ ਪਿਆ ਵੀ ਇਹ ਬਾਣੀ ਦੀ ਵਿਚਾਰ ਕਿਤਨੀ ਡੂੰਘਾਈ ਵਾਲੀ ਹੈ, ਜਿਹਦੇ ਸਰਵਣ ਕਰਨ ਦੇ ਨਾਲ ਸਤਿਗੁਰੂ ਮਹਾਰਾਜ ਨੇ ਬਹੁਤ ਬਖਸ਼ਿਸ਼ਾਂ ਕਰਨੀਆਂ। ਰੋਜ਼ ਇਹਦਾ ਪਾਠ ਕਰੋ, ਬਾਣੀ ਪੜ੍ਹੋ, ਤਾਂ ਕਿ ਇਹਦੀ ਕਥਾ ਸਰਵਣ ਕਰਦੇ ਰਹੋ। ਸਤਿਗੁਰੂ ਮਹਾਰਾਜ ਦੀ ਕਿਰਪਾ ਨਾਲ ਅੰਦਰ ਸਾਡੇ ਤਾਂ ਆ ਕੇ ਨਾਮ ਦਾ ਵਾਸਾ ਹੋ ਸਕੇ। ਸਤਿਗੁਰੂ ਮਹਾਰਾਜ ਤੋਂ ਨਾਮ ਦੀ ਦਾਤ ਮੰਗੀਏ ਸਾਰੇ ਮਿਲ ਕੇ। ਅਖੀਰਲੀਆਂ ਪੰਕਤੀਆਂ ਆਪਾਂ ਪੜ੍ਹ ਕੇ ਨਾਮ ਦੀ ਦਾਤ ਮੰਗਦੇ ਹਾਂ। ਮੰਗ ਹੈ ਨਾਮ ਪਾਏ ਇਹ ਭਿਖਿਆ, ਤੇਰੇ ਦਰਸ਼ਨ ਕਉ ਕੁਰਬਾਨੈ। ਵਾਹਿਗੁਰੂ ਜੀ ਸਾਨੂੰ ਨਾਮ ਦੀ ਦਾਤ ਬਖਸ਼ੋ। ਅਸੀਂ ਤੁਹਾਡੇ ਤੋਂ ਨਾਮ ਦੀ ਦਾਤ ਮੰਗਦੇ ਹਾਂ, ਤੁਹਾਡੇ ਦਰਸ਼ਨਾਂ ਤੋਂ ਕੁਰਬਾਨ ਜਾਂਦੇ ਹਾਂ। ਕਿਉਂਕਿ ਅਖੀਰਲੀ ਸਾਰੀ ਪੌੜੀ ਮੰਗਲ ਰੂਪ ਹੈ। ਤੇਰੀ ਗਤਮਿਤ ਤੂੰ ਹੈ ਜਾਣ ਹੈ, ਕਿਆ ਕੋ ਆਖ ਵਖਾਣੈ। ਤੂੰ ਆਪੇ ਗੁਪਤਾ ਆਪੇ ਪ੍ਰਗਟ, ਆਪੇ ਸਭ ਰੰਗ ਮਾਣੈ। ਸਾਧਕ ਸਿੱਧ ਗੁਰੂ ਬਹੁ ਚੇਲੇ, ਖੋਜਤ ਫਿਰਹਿ ਫੁਰਮਾਣੈ। ਮੰਗ ਹੈ ਨਾਮ ਪਾਏ ਇਹ ਭਿਖਿਆ, ਤੇਰੇ ਦਰਸ਼ਨ ਕਹੋ ਕੁਰਬਾਨੈ। ਅਬਿਨਾਸੀ ਪ੍ਰਭ ਖੇਲ ਰਚਾਇਆ, ਗੁਰਮੁਖ ਸੋਝੀ ਹੋਈ। ਨਾਨਕ ਸਭ ਜੁਗ ਆਪੇ ਵਰਤੈ, ਦੂਜਾ ਅਵਰ ਨਾ ਕੋਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ 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 ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।